ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਾਮ ਦੇ ਸਮੇਂ ਹਰ ਰੋਜ਼ ਦੀ ਤਰ੍ਹਾਂ ਆਪਾਂ ਨੂੰ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਜੋ ਮਾਈ ਭਾਈ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਕਥਾ ਰੂਪ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। 6ਵੇਂ ਮਹੱਲੇ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਜੀਵਨ ਪ੍ਰਸੰਗ ਕੱਲ ਆਪਾਂ ਚੌਥੇ ਘਰ ਦਾ ਔਰ ਕੁਝ ਪੰਜਵੇਂ ਘਰ ਦਾ ਪ੍ਰਸੰਗ ਸਰਵਣ ਕੀਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਪਹੁੰਚੇ। ਮਜਨੂ ਕੇ ਟਿੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਿਵਾਸ ਕੀਤਾ ਹੈ। ਵਜ਼ੀਰ ਖਾਨ ਨੇ ਸੇਵਾ ਕੀਤੀ ਹੈ ਤੇ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ ਕਿ ਮਹਾਰਾਜ ਦਿੱਲੀ ਪਹੁੰਚ ਚੁੱਕੇ ਹਨ। ਦਿੱਲੀ ਦੀਆਂ ਸੰਗਤਾਂ ਨੇ ਦਰਸ਼ਨ ਕੀਤੇ ਹੈ। ਤਾਂ ਸਵੇਰ ਦਾ ਸਮਾਂ ਜਦੋਂ ਦੂਸਰਾ ਦਿਨ ਹੋਇਆ, ਜਹਾਂਗੀਰ ਬਾਦਸ਼ਾਹ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਤਾਂ ਉਸ ਨੂੰ ਇੱਕ ਪਾਸੇ ਬਿਠਾਇਆ ਹੈ। ਹੋਰ ਨਾਲ ਆਏ ਅਹਿਲਕਾਰ ਬੈਠੇ ਨੇ।
ਤੇ ਉਹ ਵੇਖ ਕੇ ਮਨ ਵਿੱਚ ਸੋਚਦਾ ਹੈ ਇਹ ਸੰਤਾਂ ਦੀ ਗੱਦੀ ਹੈ। ਜਿਹੜੇ ਪਹਿਲੇ ਗੁਰੂ ਸਨ ਉਹਨਾਂ ਬਾਰੇ ਤੇ ਇਸ ਤਰ੍ਹਾਂ ਦੱਸਿਆ ਜਾਂਦਾ, ਸਾਧੂ ਸੰਤਾਂ ਵਾਂਗੂ ਬੈਠਦੇ ਸਨ, ਉਹ ਜਿਹਾ ਵੇਸ਼ ਪਾ ਜਿਹੜਾ ਵਸਤਰ ਪਹਿਨਦੇ ਸੀ, ਪਰ ਇਹਨਾਂ ਦੇ ਕਲਗੀ ਲੱਗੀ ਸ਼ਸਤਰ ਪਹਿਨੇ ਐ, ਤੀਰ ਕਮਾਨ ਪੱਥਾ ਸਾਰਾ ਕੁਝ ਐਸਾ ਠਾਠ ਬਾਠ ਵੇਖ ਕਰਕੇ ਫਿਰ ਮਨ ਵਿੱਚ ਸੋਚਦਾ ਹੈ ਕਿ ਜੇ ਅੰਦਰ ਦਾ ਜਿਹੜਾ ਭਾਵ ਸੰਤਾਂ ਵਾਲਾ ਹੋਇਆ ਤਾਂ ਬਾਹਰ ਦੇ ਕੋਈ ਇਸ ਤਰ੍ਹਾਂ ਫਿਰ ਬੁਰਾਈ ਨਹੀਂ। ਤਾਂ ਕੋਈ ਪ੍ਰਸ਼ਨ ਕਰਕੇ ਵੇਖੀਏ। ਇਸ ਤਰ੍ਹਾਂ ਸੋਚ ਵਿਚਾਰ ਕਰਕੇ ਉਹਨੇ ਪ੍ਰਸ਼ਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰੂ ਨੂੰ ਕਹਿਣ ਲੱਗਿਆ, ਮਹਾਰਾਜ ਜੀ ਦੱਸੋ ਜਗਤ ਸੱਚ ਹੈ ਕਿ ਝੂਠ ਹੈ? ਜੇ ਇਹਨੂੰ ਸੱਚ ਕਹਾਂਗੇ ਤਾਂ ਫਿਰ ਇੱਥੋਂ ਜਿਹੜਾ ਮਨੁੱਖ ਜਾਂਦਾ ਹੈ ਉਹ ਦਿਸਦਾ ਕਿਉਂ ਨਹੀਂ? ਜੇ ਝੂਠ ਕਹਾਂਗੇ ਆ ਜੋ ਹੁਣ ਦਿਸ ਰਿਹਾ ਪ੍ਰਤੱਖ ਇਹ ਕਿਉਂ ਹੈ? ਤਾਂ ਸਤਿਗੁਰੂ ਜੀ ਨੇ ਫਿਰ ਉਹਨੂੰ ਸੁਪਨੇ ਦੇ ਬਾਰੇ ਦੱਸਿਆ ਵੀ ਇਹ ਭਰਮ ਹੁੰਦਾ ਹੈ। ਜਿਵੇਂ ਹਨੇਰੇ ਵਿੱਚ ਪਈ ਹੋਈ ਰੱਸੀ ਭੁਲੇਖਾ ਸੱਪ ਦਾ ਪੈ ਜੇ ਤਾਂ ਉਸ ਸਮੇਂ ਜਿਹੜਾ ਜੀਵ ਹੈ ਉਹਦੇ ਹਾਵ ਭਾਵ ਡਰ ਭੈ ਸਾਰਾ ਕੁਝ ਹੋ ਜਾਂਦਾ ਹੈ। ਜਦੋਂ ਪ੍ਰਕਾਸ਼ ਹੋ ਜੇ ਭਰਮ ਨਾਸ਼ ਹੋ ਗਿਆ, ਪਤਾ ਲੱਗ ਗਿਆ ਸੱਪ ਨਹੀਂ ਰੱਸੀ ਹੈ, ਉਹੀ ਜਿਹੜਾ ਡਰ ਭੈ ਸੀ ਉਹ ਸਾਰਾ ਖਤਮ ਹੋ ਗਿਆ। ਜਾਂ ਜੋ ਸੁਪਨੇ ਵਿੱਚ ਹੈ, ਉਦੋਂ ਜਦੋਂ ਜੀਵ ਨੂੰ ਸੁਪਨਾ ਆਇਆ ਹੁੰਦਾ ਸੁਪਨ ਅਵਸਥਾ ਵਿੱਚ, ਉਦੋਂ ਤੇ ਸਭ ਕੁਝ ਸੱਚ ਹੀ ਪ੍ਰਤੀਤ ਹੁੰਦਾ ਹੈ। ਐਸੇ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਉਪਦੇਸ਼ ਦਿੱਤਾ। ਜਿਵੇਂ ਭਗਤ ਰਵਿਦਾਸ ਜੀ ਨੇ ਇੱਕ ਪ੍ਰਸ਼ਨ ਕੀਤਾ, ਮਾਧਵੇ ਕਿਆ ਕਹੀਐ ਭਰਮ ਐਸਾ, ਕਿ ਜਿਹੜਾ ਭਰਮ ਹੈ ਉਹ ਕਿਹੋ ਜਿਹਾ ਹੈ, ਕੀ ਉਹਦੀ ਪਰਿਭਾਸ਼ਾ ਹੈ? ਤਾਂ ਫਿਰ ਨਾਲ ਉੱਤਰ ਰੂਪੀ ਦੱਸਦਾ, ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਚੀਜ਼ ਅਸੀਂ ਗੁਰਮੁਖੋ ਜਿਸ ਰੂਪ ਵਿੱਚ ਮੰਨ ਲੈਨੇ ਆ ਉਸ ਤਰ੍ਹਾਂ ਉਹ ਅਸਲ ਹੋਵੇ ਨਾ, ਪਰ ਅਸੀਂ ਉਸ ਨੂੰ ਮੰਨ ਲਿਆ। ਪੁਰਾਣੇ ਸਮਿਆਂ ਵਿੱਚ ਉਹੇ ਜਿਹੀਆਂ ਉਦਾਹਰਨਾਂ, ਅੱਜ ਆਪਾਂ ਉਹੇ ਜਿਹੀ ਉਦਾਹਰਨ ਦਿੰਦੇ ਆ ਵੀ ਪੁਰਾਣੇ ਸਮਿਆਂ ਦੀ ਗੱਲ, ਕੋਈ ਗੱਡਾ ਲਈ ਜਾਂਦਾ ਸੀ ਤੇ ਉਹ ਕੋਈ ਰਸਤੇ 'ਚ ਮਿਲ ਗਿਆ, ਕਹਿੰਦਾ ਕੀ ਲਈ ਜਾਂਦਾ? ਕਹਿੰਦਾ ਗੱਡਾ ਜੋੜਿਆ ਦੀਂਦਾ ਨਹੀਂ। ਉਹ ਕਹਿੰਦਾ ਗੱਡਾ ਕਿੱਥੇ ਆ? ਕਹਿੰਦਾ ਗੱਡਾ ਦੇਖਾ ਗੱਡਾ ਹੀ ਆ। ਉਹਨੇ ਸਾਰਾ ਕੋ ਹੱਥ ਲਾਇਆ, ਕੀ ਆ ਇਹ? ਟਾਇਰ ਆ, ਸਾਰਾ ਜੂਲਾ ਵਗੈਰਾ ਜੋ ਜੋ ਸੀ ਉਹ ਨਾਂ ਲਈ ਗਿਆ। ਕਹਿੰਦਾ ਗੱਡਾ ਦੱਸ ਇਹ 'ਚ ਕਿੱਥੇ ਆ? ਕਹਿੰਦਾ ਵੀ ਇਹ ਸਾਰਾ ਕੁਝ ਗੱਡਾ ਹੀ ਹੈ, ਇਹ ਸਾਰਾ ਅਲੱਗ-ਅਲੱਗ ਜਿਹੜਾ ਹੁਣ ਪਾਰਟ ਨੇ ਉਹਨਾਂ ਦੇ ਨਾਮ ਹੈ, ਲੇਕਿਨ ਉਹ ਅਸਲ ਕੀ ਹੈ ਤੇ ਸਾਨੂੰ ਦਿਸ ਕੀ ਰਿਹਾ? ਉਹ ਸਾਰਾ ਖੋਲ ਕੇ ਵੱਖ-ਵੱਖ ਰੱਖਤਾ। ਜਦੋਂ ਅਲੱਗ-ਅਲੱਗ ਸਭ ਕੁਝ ਕਰਦਾ, ਕਹਿੰਦਾ ਗੱਡਾ ਦਿਖਾ ਕਿੱਥੇ ਹੈ? ਅਲੱਗ-ਅਲੱਗ ਚੀਜ਼ ਪਈ ਹੈ। ਇਸੇ ਤਰ੍ਹਾਂ ਜਿਵੇਂ ਹੁਣ ਮਸ਼ੀਨਰੀ ਟਰੈਕਟਰ ਹੈ, ਉਹਦੇ ਟਾਇਰ ਨੇ, ਗੇਅਰ ਲੀਵਰ, ਹੋਰ ਜੋ ਵੀ ਕੁਛ ਹੈ, ਬਾਡੀ ਪਾਰਟ, ਜਿਹਨੂੰ ਹੱਥ ਲਾਈ ਚੱਲੋ ਦੱਸੋ ਵੀ ਆਹ ਇਹਦਾ ਆਹ ਬਾਡੀ ਪਾਰਟ ਆ, ਇਹਦਾ ਇਹ ਹੈ। ਤੇ ਟਰੈਕਟਰ ਦੱਸ ਕਿੱਥੇ ਆ? ਸਾਰਾ ਕੁਝ ਟਰੈਕਟਰ ਹੈ। ਜਦੋਂ ਸਾਰਾ ਟਰੈਕਟਰ ਮਿਸਤਰੀ ਦੇ ਕੋਲੇ ਚਲੇਗਾ, ਉਹਨੇ ਸਭ ਕੁਝ ਵੱਖ-ਵੱਖ ਕਰਤਾ ਖੋਲ ਕੇ, ਕਹਿੰਦਾ ਵੀ ਦੱਸ ਕਿੱਥੇ ਆ? ਇਸ ਤਰ੍ਹਾਂ ਦਾ ਭਾਵ ਸਮਝਾਉਣ ਲਈ ਹੋਈ ਹੈ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਲਈਏ ਨਾ, ਜੋ ਅਸੀਂ ਮੰਨਿਆ ਉਹ ਅਸਲ ਵਿੱਚ ਉਹ ਹੋਵੇ ਨਾ, ਉਹ ਹੈ ਕੁਝ ਹੋਰ। ਜਿਵੇਂ ਜਦੋਂ ਔੜ ਦੇ ਵਿੱਚ ਬੱਦਲ ਜੇ ਆਕਾਸ਼ ਵਿੱਚ ਆਪਾਂ ਨੂੰ ਦਿਖਦੇ ਆ, ਉਹ ਹੁਣ ਜੇ ਦੂਰੋਂ ਵੇਖੋਂ ਲੱਗਦਾ ਜਿਵੇਂ ਬਹੁਤ ਵੱਡੇ ਪਹਾੜ ਨੇ, ਪਰ ਹੈ ਉਹ ਕੁਛ ਨਹੀਂ। ਮੰਨ ਲੱਗੇ ਉਹਨੂੰ ਮੰਨ ਲਓ, ਚਾਹੇ ਪਹਾੜ
ਹੁਣ ਬੱਚਾ ਹੈ, ਅਣਜਾਣ ਹੈ ਜਿਹੜਾ, ਉਹ ਤਾਂ ਇਹੀ ਕਹੂ ਵੀ ਪਹਾੜ ਹੈ। ਲੇਕਿਨ ਜਿਹਨੂੰ ਗਿਆਨ ਆ ਉਹ ਕਹੂ ਨਹੀਂ ਪਹਾੜ ਨਹੀਂ ਹੈ, ਤਾਂ ਐਵੇਂ ਦਿਸਦਾ ਹੀ ਹੈ, ਰੂ ਬੱਦਲ ਜੇ ਹੈ, ਕੁਛ ਨਹੀਂ ਹੈ। ਹੱਥ ਮਾਰਿਆ ਵੀ ਉਹਦੇ 'ਚ ਕੁਛ ਨਹੀਂ। ਹੁਣ ਦੁਨੀਆ ਜਹਾਜ਼ਾਂ 'ਚ ਸਫ਼ਰ ਕਰਦੀ ਆ, ਬੱਦਲਾਂ ਤੋਂ ਉੱਤੇ ਚਲੇ ਜਾਂਦੇ ਆ, ਤੇ ਉਹ ਹੈ ਤਾਂ ਕੁਛ ਨਹੀਂ ਹੈ ਵਿੱਚ ਦੀ, ਪਰ ਦਿਸਣ ਨੂੰ ਆਪਾਂ ਨੂੰ ਕੀ ਕੁਛ ਦੇ ਰਿਹਾ। ਅਸਲ ਵਿੱਚ ਜਦੋਂ ਗਿਆਨਤਾ ਹੈ, ਹੁਣ ਬੱਚੇ ਨੂੰ ਅਜੇ ਗਿਆਨ ਨਹੀਂ, ਉਹ ਜਦ ਕਰੂ ਨਹੀਂ ਦੀਨਾ ਪਹਾੜ ਹੈ, ਲੇਕਿਨ ਉਹ ਹੈ ਤਾਂ ਭਰਮ ਹੀ ਹੈ ਨਾ। ਜਿੰਨਾ ਸਮਾਂ ਗੁਰਮੁਖੋ ਅਗਿਆਨਤ ਹੈ, ਆਹ ਸੰਸਾਰ ਸਾਨੂੰ ਸੱਤ ਦੀਂਦਾ, ਤੇ ਐਸੇ ਬੁੱਧੀਜੀਵੀ ਜਾਂ ਅਗਿਆਨਤਾ ਵਿੱਚ ਜੀਵ ਦਾਅਵਾ ਕਰਦਾ ਵੀ ਐਵੇਂ ਕਹੀ ਜਾਂਦੇ ਹੋ ਜਗ ਰਚਨਾ ਸਭ ਝੂਠ ਹੈ, ਆ ਹੈ ਤਾਂ ਸਾਰਾ ਕੁਝ ਦਿਸ ਰਿਹਾ। ਫਿਰ ਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ, ਆਪ ਸੱਤ ਕੀਆ ਸਭ ਸੱਤ, ਤੇ ਉਹ ਆਪ ਵੀ ਸੱਤ ਹੈ, ਉਹਦਾ ਜੋ ਕੀਤਾ ਉਹ ਸੱਤ ਹੈ। ਭਾਵ ਕੀ ਹੈ, ਕੱਲ ਨੂੰ ਕੋਈ ਕਹਿ ਦੇਵੇ ਕਿ ਜਿਹੜਾ ਸੰਸਾਰ ਹੈ ਵੀ ਉਹਦਾ ਕੀਤਾ ਹੈ, ਫਿਰ ਇਹ ਝੂਠ ਕਿਉਂ ਹੈ? ਤਾਂ ਭਾਵ ਕੀ ਕਿ ਉਹਦੀ ਜਿਹੜੀ ਕ੍ਰਿਤ ਹੈ, ਜੋ ਕਰ ਰਿਹਾ ਨਾ, ਇਹ ਜਿਹੜਾ ਭਰਮ ਵੀ ਸਾਡੇ ਅਗਿਆਨਤਾ ਵਿੱਚ ਪਾਇਆ, ਇਹ ਜਾਣੋ ਕਿ ਇਹ ਸੱਤ ਹੈ। ਜੋ ਸਾਨੂੰ ਗਿਆਨ ਕਰਾ ਰਿਹਾ ਹੈ ਨਾ, ਉਹ ਸੱਤ ਹੈ। ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਤ। ਆਪ ਵੀ ਉਹ ਸੱਚਾ ਹੈ, ਉਹਦਾ ਭਾਈ ਜੋ ਕੀਤਾ ਉਹ ਵੀ ਸੱਚ ਹੈ। ਨਾਲ ਸਾਨੂੰ ਦੱਸਦਾ ਕਿ ਜਗ ਰਚਨਾ ਸਭ ਝੂਠ ਹੈ, ਵਕਤੀ ਹੈ। ਜੇ ਤੂੰ ਇਹਨੂੰ ਕਹੇ ਵੀ ਜਗ ਹੀ ਸੱਚ ਹੈ, ਨਹੀਂ ਇਹ ਝੂਠਾ ਹੈ। ਜਹਾਂਗੀਰ ਬਾਦਸ਼ਾਹ ਨੇ ਪ੍ਰਸ਼ਨ ਕੀਤੇ, ਅਸਲੇ ਜੀਵ ਦਾ ਭਰਮ ਹੈ। ਭਗਤ ਰਵਿਦਾਸ ਜੀ ਕਹਿੰਦੇ ਜੈਸਾ ਮਾਨੀਆ ਹੋਏ ਨਾ ਤੈਸਾ। ਫਿਰ ਉਹਨਾਂ ਉਦਾਹਰਨ ਦਿੱਤੀ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜਾ ਕੋਈ ਸੌਂ ਗਿਆ ਤੇ ਸੁਪਨੇ 'ਚ ਭਿਖਾਰੀ ਬਣ ਗਿਆ। ਜਦੋਂ ਭਿਖਾਰੀ ਬਣਿਆ, ਰਾਜ ਖੁੱਸ ਗਿਆ ਸਾਰਾ। ਕਿੱਥੇ ਰਾਜ ਕਰਦਾ, ਕਿੱਥੇ ਭਿਖਾਰੀ ਹੈ। ਲੋਕਾਂ ਦੇ ਘਰ ਤੋਂ ਮੰਗਣਾ ਪਿਆ, ਬਹੁਤ ਦੁਖੀ ਹੋਇਆ। ਜਦੋਂ ਸੁਪਨਾ ਟੁੱਟ ਗਿਆ, ਜਾਗ ਆ ਗਈ, ਫੇਰ ਰਾਜਾ। ਤਾਂ ਸਵਾਲ ਪੈਦਾ ਹੋਇਆ, ਹੁਣ ਕਿਹਨੂੰ ਸੱਚ ਮੰਨੀਏ? ਇੱਕ ਸੁਪਨ ਅਵਸਥਾ, ਇੱਕ ਜਾਗਰਤ ਅਵਸਥਾ ਹੈ, ਇੱਕ ਸੁਖੋਪਤੀ ਅਵਸਥਾ ਹੈ, ਇੱਕ ਫਿਰ ਗੁਰਮੁਖੋ ਗਿਆਨ ਅਵਸਥਾ ਹੈ। ਜਿਹਨੂੰ ਗਿਆਨ ਅਵਸਥਾ ਦੀ ਪ੍ਰਾਪਤੀ ਹੋ ਗਈ, ਉਹਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਬਾਕੀ ਜਿੰਨੀਆਂ ਵੀ ਹੈ, ਚਾਹੇ ਸੁਪਨ ਹੈ ਚਾਹੇ ਜਾਗਰਤ ਹੈ ਸਭ ਮਿਥਿਆਈ ਭਰਮੀ ਹੈ। ਇੰਨਾ ਕੀ ਹੈ ਕਿ ਇੱਕ ਜਾਗਦੀਆਂ ਖੁੱਲੀਆਂ ਅੱਖਾਂ ਦਾ ਸੁਪਨਾ, ਇੱਕ ਬੰਦ ਅੱਖ ਦਾ ਹੈ, ਦੋਵੇਂ ਸੁਪਨੇ ਹੀ। ਜਗ ਰਚਨਾ ਸਭ ਝੂਠ ਹੈ, ਇਹ ਸੁਪਨ ਸਮਾਨੰ ਵੀ ਲਿਖਿਆ। ਸੁਪਨੇ ਜਿਉ ਜਾਨ, ਜਿਵੇਂ ਸੁਪਨੇ 'ਚ ਆਪਾਂ ਨੂੰ ਸਭ ਕੁਝ ਸੱਚ ਹੀ ਦੀਂਦਾ ਹੈ, ਅੱਖ ਖੁੱਲੀ ਤੋਂ ਪਤਾ ਲੱਗਦਾ ਝੂਠ ਸੀ। ਇਸੇ ਤਰ੍ਹਾਂ ਜਗਤ ਸੱਚ ਦਿਸ ਹੀ ਜਾਂਦਾ ਹੈ, ਲੇਕਿਨ ਆਪਣੇ ਸਾਹਮਣੇ ਹੈ, ਸਭ ਕੁਝ ਦੁਨੀਆ ਜਾਂਦੀ, ਆਪਾਂ ਕਹਿੰਦੇ ਝੂਠੀ ਹੈ। ਤੇ ਇਸ ਕਰਕੇ ਤਾਂ ਇੱਕ ਭਰਮ ਹੈ। ਗਰੀਬ ਨਵਾਜ ਪਾਤਸ਼ਾਹ ਨੇ ਉਸ ਭਾਵ ਵਿੱਚ ਕਿਹਾ ਕਿ ਜਿੰਨਾ ਸਮਾਂ ਹੁਣ ਅਸੀਂ ਸੰਸਾਰ 'ਚ ਵਿਚਰ ਰਹੇ ਹਾਂ, ਅਗਿਆਨਤਾ ਵਾ ਸੱਚ ਲੱਗਦਾ। ਜਦੋਂ ਗਿਆਨ ਅਵਸਥਾ ਦੀ ਪ੍ਰਾਪਤੀ ਹੋ ਜਾਵੇ, ਫਿਰ ਭਾਈ ਇੱਕ ਬ੍ਰਹਮ ਹੀ ਸੱਤ, ਉਹੀ ਸਾਰੇ ਮੌਜੂਦ, ਉਹੀ ਪਸਰਿਆ, ਉਸੇ ਦਾ ਹੀ ਪਸਾਰਾ। ਤੇ ਜਾਣ ਲਿਆ ਜਾਂਦਾ ਕਿ ਸਭ ਉਹੀ ਹੈ, ਮੇਰਾ ਸਰੀਰ ਵੀ ਮੇਰਾ ਨਹੀਂ ਹੈ, ਮੈਂ ਵੀ ਨਹੀਂ ਹਾਂ, ਜੋ ਹੈ ਬ੍ਰਹਮ ਹੀ ਹੈ। ਫਿਰ ਆਪਾ ਭਾਵ ਵੀ ਮਿਟ ਜਾਂਦਾ ਹੈ। ਐਸੀ ਅਵਸਥਾ ਬ੍ਰਹਮ ਗਿਆਨ ਦੀ ਪ੍ਰਾਪਤ ਜਿਹਨੂੰ ਹੁੰਦੀ ਹੈ, ਉਹਨਾਂ ਨੂੰ ਅਸਲ ਪਤਾ ਲੱਗਦਾ ਹੈ। ਤੇ ਨਹੀਂ ਤਾਂ ਭਾਈ ਅਗਿਆਨਤਾ ਵਿੱਚ ਜੀਵ ਦਾਅਵੇ ਕਰੀ ਜਾਂਦਾ ਹੈ ਜਗ ਸੱਤ ਹੈ, ਸੁਪਨੇ ਭਇਆ ਭਿਖਾਰੀ। ਫਿਰ ਅੱਗੇ ਭਗਤ ਰਵਿਦਾਸ ਜੀ ਨੇ ਕਿਹਾ, ਰਾਜ ਭੁਜੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜਿਵੇਂ ਰਾਜ ਨਾਮ ਰੱਜੂ ਹੈ, ਰੱਸੀ ਹੈ, ਭੁਜੰਗ ਨਾਮ ਸੱਪ ਦਾ ਹੈ,
ਤੇ ਉਹ ਹੁਣ ਹਨੇਰੇ 'ਚ ਰੱਸੀ ਸੱਪ ਦੀਂਦੀ ਹੈ, ਚਾਨਣ ਹੋ ਗਿਆ, ਭਰਮ ਨਾਸ਼ ਹੋ ਗਿਆ। ਸੱਪ ਨਹੀਂ ਰੱਸੀ ਹੈ। ਅਸਲ ਵਿੱਚ ਹੈ ਦੋਵੇਂ ਹੀ ਭਰਮ। ਜਦੋਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਗੁਰਮੁਖੋ ਜਿਹੜਾ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਜਾਂਦਾ ਹੈ ਤੇ ਫਿਰ ਜਿਹੜਾ ਭਰਮ ਸੀ ਉਹ ਵੀ ਨਾਸ਼ ਹੋ ਜਾਂਦਾ ਹੈ। ਜੋ ਅਸੀਂ ਰੱਸੀ ਨੂੰ ਸੱਪ ਸਮਝਿਆ, ਉਹ ਭਰਮ ਨਾਸ਼ ਹੋ ਗਿਆ ਨਾ ਚਾਨਣ ਹੋਏ ਤੋਂ। ਗੁਰੂ ਦੇ ਗਿਆਨ ਦੁਆਰਾ ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ ਜਦੋਂ ਗੁਰਬਾਣੀ ਦੇ ਪ੍ਰਕਾਸ਼ ਦੁਆਰਾ ਖਤਮ ਹੁੰਦਾ ਹੈ, ਤਾਂ ਫਿਰ ਸਾਨੂੰ ਅਸਲ ਸੱਤ ਦਾ ਪਤਾ ਲੱਗਦਾ ਹੈ। ਵਰਨਾ ਭਰਮ ਵਿੱਚ ਅਸੀਂ ਹੈ ਕੁਝ ਹੋਰ ਸਮਝੀ ਕੁਝ ਹੋਰ ਬੈਠੇ ਹਾਂ। ਰਾਜ ਭੁਜੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਹੁਣ ਤੱਕ ਐਸਾ ਹੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਇਹ ਸਾਨੂੰ ਗੁਰਬਾਣੀ ਵਿੱਚ ਬਹੁਤ ਐਸੀਆਂ ਉਦਾਹਰਨਾਂ ਉਪਦੇਸ਼ ਦੇ ਕਰਕੇ ਸਮਝਾਇਆ ਹੈ ਕਿ ਜਦੋਂ ਸਾਨੂੰ ਇਸ ਗੱਲ ਦੀ ਗਿਆਨ ਪ੍ਰਕਾਸ਼ ਹੋ ਗਿਆ, ਫਿਰ ਗੁਰਮੁਖੋਂ ਪਤਾ ਲੱਗਦਾ ਹੈ ਕਿ ਅਸਲ ਕੀ ਹੈ। ਫਿਰ ਦੇਖੋ ਭਗਤ ਜੀ ਨੇ ਪ੍ਰਮਾਣ ਦਿੱਤੇ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿ ਨਾ ਆਇਆ। ਜਿਵੇਂ ਸੋਨੇ ਦੇ ਕੜੇ ਹੋਰ ਛਾਪਾਂ ਛੱਲਾ ਕਿੰਨਾ ਕੁਛ ਬਣ ਜਾਂਦਾ ਤੇ ਆਪਾਂ ਫਿਰ ਉਸ ਸੋਨੇ ਦਾ ਅਸਲ ਰੂਪ ਭੁੱਲ ਕੇ ਗਹਿਣਿਆਂ ਦੇ ਨਾਮ ਲੈਣੇ ਸ਼ੁਰੂ ਕਰ ਦਿੰਦੇ ਆ। ਕੋਈ ਪੁੱਛਦਾ ਕੀ ਹੈ ਜੀ, ਛਾਪ ਹੈ, ਛੱਲਾ ਹੈ, ਕੜਾ ਹੈ, ਤੇ ਇੱਕ ਕਹਿੰਦਾ ਵੀ ਨਹੀਂ ਕੁਛ ਨਹੀਂ ਹੈ, ਇਹ ਸੋਨਾ ਹੈ। ਕਹਿੰਦਾ ਸੋਨਾ ਤਾਂ ਹੈ ਪਰ ਹੈ ਤਾਂ ਕੜਾ, ਸੋਨਾ ਤਾਂ ਹੈ ਛਾਪ। ਕਹਿੰਦਾ ਨਹੀਂ ਕੁਛ ਨਹੀਂ। ਤਾਂ ਹੁਣ ਸੁਨਿਆਰ ਕੋਲੇ ਚਲੇ ਗਏ, ਉਹਨੇ ਢਾਲ ਕੇ ਡਲੀ ਬਣਾਤੀ। ਉਹ ਕਹਿੰਦਾ ਦੱਸੋ ਕਿੱਥੇ ਕੜਾ ਕਿੱਥੇ ਛਾਪ। ਇਸੇ ਤਰ੍ਹਾਂ ਭਾਈ ਜੋ ਅਸਲ ਵਿੱਚ ਤੱਤ ਹੈ ਨਾ, ਉਹ ਤਾਂ ਫੇਰ ਹੀ ਸਮਝ ਆਉਂਦਾ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ ਆਉ ਭਾਈ ਹੈ ਤਾਂ ਸਾਰੇ ਇੱਕੋ ਮਾਲਕ ਹੀ। ਸਰਬੇ ਏਕ ਅਨੇਕੈ, ਇੱਕ ਵੀ ਉਹੀ, ਅਨੇਕਾਂ ਰੂਪ ਵੀ। ਸਾਰੇ ਘਟਾਂ ਨੂੰ ਭੋਗਣ ਵਾਲਾ ਵੀ ਉਹੀ ਹੈ। ਤੇ ਕਿੰਨਾ ਕੁ ਦੂਰ ਹੈ ਜਾਂ ਨੇੜੇ, ਕਹਿੰਦੇ ਹਾਥ ਪੈ ਨੇੜੇ, ਹੱਥ ਤੋਂ ਵੀ ਨੇੜੇ ਹੈ। ਹੱਥ ਪਹੁੰਚਣ ਲੱਗਿਆਂ ਵੀ ਸਮਾਂ ਲੱਗੂ। ਕਿਸੇ ਨੇ ਕਿਹਾ ਸੀ ਨਾ ਇਹ ਰੱਬ ਨੇੜੇ ਕਿ ਘਸੁੰਨ ਨੇੜੇ ਹੈ। ਉਹ ਜਿਹੜਾ ਗਿਆਨੀ ਆ ਉਹ ਕਹਿੰਦਾ ਘਸੁੰਨ, ਲੇਕਿਨ ਜਿਹੜਾ ਗਿਆਨਵਾਨ ਆ ਉਹਨੇ ਨੇੜੇ ਤਾਂ ਰੱਬ ਹੀ ਹੈ। ਕੀ ਪਤਾ ਤੈਨੂੰ ਘਸੁੰਨ ਵੱਟਣ ਦਾ ਟਾਈਮ ਹੀ ਨਾ ਦੇਵੇ, ਉਹ ਫਿਰ ਕੀ ਕਰੇਗਾ। ਤੋ ਇਸ ਤਰ੍ਹਾਂ ਸਾਨੂੰ ਗੁਰਮੁਖੋ ਜਿਹੜਾ ਹੈ ਗੁਰਬਾਣੀ ਵਿੱਚ ਵੀ ਐਸੇ ਉਪਦੇਸ਼ ਦਿੱਤੇ ਹਨ। ਤੇ ਗੁਰੂ ਸਾਹਿਬ ਜੀ ਨੇ ਜੋ ਫਿਰ ਉਹਨੂੰ ਹੁਣ ਇਹ ਗੱਲ ਆਪਾਂ ਵਿਚਾਰ ਲਈ ਅਸੀਂ ਤਾਂ ਹੁਣ ਪੂਰੀ ਸਮਝ ਵਿੱਚ ਆ ਜਾਏਗੀ। ਆਓ ਪ੍ਰੇਮ ਤੇ ਸਤਿਕਾਰ ਦੇ ਨਾਲ ਲੜੀਵਾਰ ਕਥਾ ਆਪਾਂ ਉੱਥੋਂ ਹੀ ਸ਼ੁਰੂ ਕਰੀਏ ਜਿੱਥੋਂ ਪ੍ਰਸ਼ਨ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹੋ ਜਗ ਸਾਚ ਕੇ ਝੂਠੋ ਬਨਿਓ। ਕੱਲ ਵੀ ਆਪਾਂ ਥੋੜੀ ਇਹ ਕਥਾ ਪਰ ਸਰਵਣ ਕਰ ਲਈ ਸੀ। ਪ੍ਰਸ਼ਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ, ਜਹਾਂਗੀਰ ਬਾਦਸ਼ਾਹ ਕਹਿੰਦਾ ਇਹ ਜਗਤ ਝੂਠ ਹੈ ਜਾਂ ਸੱਚ ਬਣਿਆ ਹੈ। ਨਿਸ਼ਚੈ ਭਇਓ ਨਾ ਮਨ ਮੈਂ ਗੁਨਿਓ। ਮੈਂ ਮਨ ਦੇ ਵਿੱਚ ਜਦੋਂ ਵਿਚਾਰਿਆ, ਮੈਨੂੰ ਨਿਸ਼ਚੈ ਭਇਓ ਨਾ ਮੈਂ ਮਨ ਗੁਨਿਓ। ਅਸੀਂ ਮੈਂ ਮਨ ਦੇ ਵਿੱਚ ਵਿਚਾਰਿਆ ਪਰ ਇਹਦਾ ਨਿਸ਼ਚਾ ਨਹੀਂ ਹੋ ਰਿਹਾ। ਜੇ ਕਰ ਸਾਚ ਇਸੇ ਠਹਿਰਾਵੋ, ਜੇ ਇਹਨੂੰ ਸੱਚ ਕਿਹਾ ਜਾਵੇ, ਸੱਚ ਠਹਿਰਾਇਆ ਜਾਵੇ। ਪੂਰਬ ਮਰੇ ਨਹੀਂ ਦ੍ਰਿਸ਼ਟਾਵੋ, ਜਿਹੜੇ ਪਹਿਲਾਂ ਮਰ ਗਏ ਉਹ ਹੁਣ ਦਿਸਦੇ ਫਿਰ ਕਿਉਂ ਨਹੀਂ। ਜੇ ਕਰ ਝੂਠੋ ਕਰੈ ਵਿਚਾਰਨ, ਜੇ ਇਹਨੂੰ ਝੂਠਾ ਵਿਚਾਰ ਲਈਏ
ਸਭ ਪ੍ਰਤੱਖ ਹੀ ਹੋਤ ਨਿਹਾਰਨ। ਤਾਂ ਫਿਰ ਸਾਰੇ ਪ੍ਰਤੱਖ ਹੀ ਆਪਾਂ ਨੂੰ ਦਿਸਦੇ ਹਨ। ਸੁਨ ਸਤਿਗੁਰ ਤਬਿ ਉਤਰ ਦੀਨ। ਸਤਿਗੁਰੂ ਜੀ ਨੇ ਸੁਣ ਕੇ ਫਿਰ ਉੱਤਰ ਦਿੱਤਾ ਹੈ, ਜਬ ਨਾਰ ਸੁਪਤਹਿ ਨਿੰਦਰਾ ਲੀਨ। ਜਹਾਂਗੀਰ ਜਦੋਂ ਕੋਈ ਪ੍ਰਾਣੀ ਸੌ ਜਾਂਦਾ ਹੈ ਤਾਂ ਨੀਂਦ ਲੈਂਦਾ ਸੌ ਕੇ। ਸੁਪਨ ਅਵਸਥਾ ਜਬ ਹੂ ਪਾਏ। ਜਦੋਂ ਫਿਰ ਉਹ ਸੁਪਨੇ ਦੀ ਅਵਸਥਾ ਪਾਉਂਦਾ ਹੈ, ਸਗਲ ਜਗਤ ਜਾਣੈ ਤਿਸ ਭਾਏ। ਤਾਂ ਜੋ ਸੁਪਨੇ ਵਿੱਚ ਹੁੰਦਾ ਸਾਰਾ ਜਗਤ ਉਸੇ ਭਾਵ ਨਾਲ ਹੀ ਉਹ ਜਾਣਦਾ। ਜੇ ਹੁਣ ਰਾਜਾ ਸੀ, ਭਿਖਾਰੀ ਦਾ ਸੁਪਨਾ ਆਇਆ ਤਾਂ ਉਹਨੂੰ ਤਾਂ ਫਿਰ ਸਾਰਾ ਜਗਤ ਉਸੇ ਤਰ੍ਹਾਂ ਦਾ ਹੀ ਲੱਗਿਆ, ਭਿਖਾਰੀ ਬਣਿਆ। ਜਬ ਲੋ ਸੁਪਨਾ ਨਰ ਕੋ ਰਹੈ। ਜਿੰਨਾ ਸਮਾਂ ਪ੍ਰਾਣੀ ਨੂੰ ਸੁਪਨਾ ਆਇਆ ਰਹਿੰਦਾ, ਤਬ ਲੋ ਸਾਚੋ ਹੀ ਤਿਸ ਲਹੈ। ਉਹਨਾਂ ਸਮਾਂ ਉਸ ਗੱਲ ਨੂੰ ਜੋ ਸੁਪਨੇ ਵਿੱਚ ਬੀਤਦੀ ਹੈ ਸੱਚ ਹੀ ਜਾਣਦਾ ਹੈ। ਭੈ ਪਾਵਤ ਅਰ ਭਾਜੋ ਜਾਤ। ਕੋਈ ਇਸ ਤਰ੍ਹਾਂ ਦੀ ਚੀਜ਼ ਸੁਪਨੇ ਵਿੱਚ ਵੇਖ ਲੈ, ਡਰ ਪਾਉਂਦਾ ਤੇ ਭੱਜਦਾ ਹੈ ਦੂਰ। ਕਹਿ ਪ੍ਰਿਯ ਦੇਖਤ ਔਰ ਹਰ ਖਾਤ। ਜਾਂ ਕਿਸੇ ਆਪਣੇ ਪਿਆਰੇ ਨੂੰ ਵੇਖ ਲੈ ਸੁਪਨੇ ਵਿੱਚ ਖੁਸ਼ ਹੁੰਦਾ ਹੈ। ਜੇ ਸੁਪਨੇ ਕੋ ਝੂਠੋ ਜਾਣੈ। ਤੇ ਜਦੋਂ ਫਿਰ ਭਾਈ ਉਹ ਸੁਪਨੇ, ਜੇ ਹੁਣ ਉਸਨੂੰ ਆਪਾਂ ਕਹੀਏ ਵੀ ਨਹੀਂ ਉਹ ਝੂਠ ਸੀ, ਉਹਨੂੰ ਝੂਠਾ ਜਾਣ ਲਈਏ। ਤਰਾਸ ਬਿਖਾਦ ਹਰਖ ਕਿਉਂ ਠਾਨੈ। ਫਿਰ ਇਹ ਦੱਸੋ ਵੀ ਡਰ ਕਿਉਂ ਉਦੋਂ ਮਹਿਸੂਸ ਕਰਦਾ, ਜਾਂ ਬਿਖਾਦ ਕੋਈ ਝਗੜਾ, ਜਾਂ ਫਿਰ ਭਾਈ ਖੁਸ਼ੀ ਉਹ ਕਿਉਂ ਇਹਨੂੰ ਹੁੰਦੀ ਹੈ। ਜਾਗਰਤ ਜਬ ਅਵਸਥਾ ਪਾਏ। ਜਦੋਂ ਜਾਗਰਤ ਦੀ ਅਵਸਥਾ ਨੂੰ ਪਾ ਲੈਂਦਾ ਹੈ। ਜੇ ਸਾਚੋ ਤਬ ਕਿਉਂ ਨਾ ਦਿਸਾਏ। ਫਿਰ ਇਹ ਦੱਸੋ ਵੀ ਜੇ ਉਹ ਹੁਣ ਸੱਚ ਸੀ, ਜੇ ਤਾਂ ਹੁਣ ਉਹਨੂੰ ਪਤਾ ਲੱਗ ਗਿਆ, ਜੇ ਸੁਪਨੇ ਕੋ ਝੂਠੋ, ਜੇ ਤਾਂ ਜਿਹਨੇ ਜਾਣ ਲਿਆ ਸੁਪਨਾ ਝੂਠਾ ਹੈ। ਤਰਾਸ ਬਿਖਾਦ ਹਰਖ ਕਿਉਂ ਠਾਨੈ। ਫਿਰ ਭਲਾ ਉਹ ਦੱਸੋ ਵੀ ਪਤਾ ਲੱਗ ਗਿਆ ਤਾਂ ਫਿਰ ਉਹ ਡਰ, ਬਿਖਾਦ, ਝਗੜਾ, ਖੁਸ਼ੀ ਇਹ ਕਿਉਂ ਕਰੇਗਾ। ਜਾਗਰਤ ਜਬ ਹੈ ਅਵਸਥਾ ਪਾਏ। ਤੇ ਜਦੋਂ ਜਾਗਰਤ ਅਵਸਥਾ ਨੂੰ ਪਾ ਲੈਂਦਾ ਹੈ। ਜੇ ਸਾਚੋ ਤਬ ਕਿਉਂ ਨਾ ਦਿਸਾਈ। ਜੇ ਹੁਣ ਉਹ ਸੱਚਾ ਸੀ ਸੁਪਨਾ, ਫਿਰ ਹੁਣ ਕਿਉਂ ਨਹੀਂ ਦਿਸਦਾ। ਜਾਂ ਤੇ ਅਨਰ ਵਚਨ ਪ੍ਰਭ ਮਾਇਆ। ਇਸ ਕਰਕੇ ਜਿਹੜੀ ਇਹ ਪਰਮੇਸ਼ਰ ਦੀ ਮਾਇਆ ਹੈ, ਇਹ ਅਨਰ ਵਚਨ ਹੈ। ਨਾ ਇਹ ਅਸੀਂ ਕਹਿ ਸਕਦੇ ਹਾਂ ਹੈ, ਨਾ ਅਸੀਂ ਕਹਿ ਸਕਦੇ ਹਾਂ ਨਾ ਹੈ। ਜਾਨੀ ਪਰੈ ਨ ਬਿਨ ਗੁਰ ਦਾਇਆ। ਗੁਰੂ ਦੀ ਦਇਆ ਕਿਰਪਾ ਬਿਨਾ ਨਹੀਂ ਜਾਣੀ ਜਾਂਦੀ। ਦੇ ਦ੍ਰਿਸ਼ਟਾਂਤ ਤੋਹੇ ਸਮਝਾਵੇ। ਤੈਨੂੰ ਜਹਾਂਗੀਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਜਗ ਕੀ ਰਚਨਾ ਤਥਾ ਜਨਾਵੇ। ਉਸੇ ਤਰ੍ਹਾਂ ਹੀ ਇਹ ਜਗਤ ਦੀ ਜਿਹੜੀ ਰਚਨਾ ਹੈ ਉਸ ਨੂੰ ਜਾਣ ਲੈ। ਤਮ ਮਹਿ ਰਜ ਕੋ ਨਹਿ ਜਾਣੈ। ਤਮ ਹਨੇਰਾ, ਹਨੇਰੇ ਵਿੱਚ ਰਾਜ ਨਾਮ ਰੱਜੂ ਰੱਸੀ ਦਾ। ਹਨੇਰੇ 'ਚ ਪਈ ਰੱਸੀ ਨੂੰ ਕੋਈ ਰੱਸੀ ਨਹੀਂ ਜਾਣਦਾ। ਭ੍ਰਮ ਤੇ ਬਿਸਿਅਰ ਤਿਸ ਕੋ ਮਾਨੈ। ਕਿਉਂਕਿ ਹਨੇਰਾ ਸੀ, ਭਰਮ ਪੈ ਗਿਆ, ਉਸੇ ਰੱਸੀ ਨੂੰ ਸੱਪ ਮੰਨ ਲਿਆ ਹੈ। ਭੈ ਧਰ ਕੇ ਭਾਜਤ ਕੰਪਾਏ। ਤੇ ਡਰ ਧਾਰ ਕੇ ਪਰੇ ਭੱਜ ਗਿਆ, ਕੰਬਣ ਲੱਗ ਗਿਆ। ਜੇ ਹੋਏ ਝੂਠੋ ਕਿਉਂ ਡਰ ਪਾਏ। ਹੁਣ ਜਦੋਂ ਇਹ ਝੂਠਾ ਹੋਵੇ, ਉਹਨੂੰ ਪਤਾ ਲੱਗ ਜੇ, ਫਿਰ ਭਲਾ ਕੋਈ ਡਰ ਕੇ ਭੱਜੂ। ਫਿਰ ਨਾ ਡਰ ਹੈ ਨਾ ਕੋਈ ਕੰਬਾ ਛੜੇ। ਜਦੋਂ ਪਤਾ ਲੱਗ ਗਿਆ, ਪ੍ਰਕਾਸ਼ ਹੋਇਆ, ਫਿਰ ਜੇ ਉਹ ਝੂਠਾ ਹੈ ਡਰ ਕਿਉਂ ਪਾਉਂਦਾ ਸੀ। ਕਿਉਂਕਿ ਹਨੇਰਾ ਸੀ ਨਾ, ਉਸ ਸਮੇਂ ਤਾਂ ਉਹ ਸੱਚ ਹੀ ਲੱਗਿਆ।
ਤੇ ਜੇ ਚਾਨਣ ਹੋਏ ਤਾਂ ਪਤਾ ਲੱਗਿਆ ਕਿ ਇਹ ਤਾਂ ਝੂਠੀ ਗੱਲ ਨਿਕਲੀ। ਪਹਿਲਾਂ ਤਾਂ ਸੱਚੀ ਸੀ, ਜੇ ਉਹ ਝੂਠੀ ਸੀ ਫਿਰ ਡਰਿਆ ਕਿਉਂ। ਜੇ ਸੱਚ ਹੋਏ ਬਿਨਸੈ ਨਾਹੀ, ਤੇ ਜੇ ਹੁਣ ਉਹ ਸੱਚ ਹੋਵੇ ਫਿਰ ਬਿਨਸੈ ਬਦਲੇ ਕਿਉਂ। ਭੁਲੇਖਾ ਸੀ ਨਾ ਮਨ ਦਾ ਭਰਮ, ਇਸ ਕਰਕੇ ਜੇ ਸੱਚ ਹੈ ਤਾਂ ਬਿਨਸੇ ਨਾ। ਜਾਂ ਤੇ ਅਨਰ ਵਚਨ ਲਖ ਤਾਹੀ, ਇਸੇ ਗੱਲ ਨੂੰ ਹੀ ਜਾਣ ਲੈ ਕਿ ਹੀ ਅਨਰ ਵਚਨ ਹੈ। ਦਿਸ ਵੀ ਰਿਹਾ ਪਰ ਹੈ ਵੀ ਅਸਤ, ਇਸ ਕਰਕੇ ਇਹਨੂੰ ਅਨਰ ਵਚਨੀ ਕਿਹਾ। ਜੋ ਹੈ ਵੀ ਪਰ ਅਸਲ ਨਹੀਂ ਵੀ, ਤੇ ਉਸ ਨੂੰ ਅਨਰ ਵਚਨ ਕਹਿੰਦੇ। ਉਸ ਨੂੰ ਜਾਣ ਲੈ। ਤਿਮ ਬ੍ਰਹਮ ਰੂਪ ਨਹੀਂ ਜਿਮ ਜਾਨਾ, ਇਸੇ ਤਰ੍ਹਾਂ ਜਹਾਂਗੀਰ ਜਿਸ ਨੇ ਬ੍ਰਹਮ ਸਰੂਪ ਨੂੰ ਨਹੀਂ ਜਾਣਿਆ, ਤਿਸ ਕੋ ਭਾਖਤ ਹੈ ਅਗਿਆਨਾ। ਬਸ ਉਸੇ ਨੂੰ ਹੀ ਅਗਿਆਨੀ ਕਿਹਾ ਜਾਂਦਾ। ਜਿਹੜਾ ਬ੍ਰਹਮ ਸਰੂਪ ਨੂੰ ਨਹੀਂ ਜਾਣਦਾ ਉਸ ਨੂੰ ਅਗਿਆਨੀ ਕਹਿੰਦੇ ਹਨ। ਜਬ ਅਗਿਆਨ ਬ੍ਰਹਮ ਕੋ ਭਇਓ, ਤੇ ਇਸੇ ਤਰ੍ਹਾਂ ਜਦੋਂ ਅਗਿਆਨ ਬ੍ਰਹਮ ਕੋ ਭਇਓ, ਤੇ ਉਹ ਜਿਹੜਾ ਅਗਿਆਨ ਹੈ ਬ੍ਰਹਮ ਦਾ ਇਹ ਜੀਵ ਨੂੰ ਹੋਇਆ। ਤਿਸ ਅਗਿਆਨ ਜਗਤ ਨਿਰਮਯੋ, ਉਸੇ ਅਗਿਆਨ ਵਿੱਚ ਹੀ ਇਹਨੇ ਜਗਤ ਨੂੰ ਜਾਣਿਆ ਕਿ ਸਤ ਹੈ। ਸਤਿਗੁਰ ਵੱਡੇ ਭਾਗ ਤੇ ਮਿਲੇ। ਜਹਾਂਗੀਰ ਭਾਈ ਵੱਡੇ ਭਾਗਾਂ ਨਾਲ ਜਿਹਨੂੰ ਸਤਿਗੁਰ ਮਿਲ ਜਾਵੇ, ਸੋ ਉਪਦੇਸ਼ ਦੇਹ ਤਿਸ ਭਲੇ। ਤੇ ਐਸਾ ਸਤਿਗੁਰੂ ਜੀਵ ਨੂੰ ਭਲਾ ਉਪਦੇਸ਼ ਦੇ ਦੇਵੇ। ਜੈਸੇ ਰੱਜੂ ਗਿਆਤ ਕੋ ਆਏ, ਤੇ ਜਿਵੇਂ ਹੁਣ ਰੱਜੂ ਰੱਸੀ ਸੀ, ਗਿਆਤ ਮਿਲ ਗਿਆ, ਇਹਨੂੰ ਚਾਨਣ ਹੋ ਗਿਆ ਤੇ ਗਿਆਨ ਹੋ ਗਿਆ, ਤਾਂ ਫਿਰ ਉਹ ਪਤਾ ਲੱਗ ਗਿਆ ਇਹ ਤਾਂ ਰੱਸੀ ਹੈ। ਪਰ ਉਦੋਂ ਪਤਾ ਲੱਗਿਆ ਜਦੋਂ ਉਸ ਚਾਨਣ ਹੋਏ ਤੋਂ ਗਿਆਨ ਹੋਇਆ। ਜਿੰਨਾ ਟਾਈਮ ਹਨੇਰਾ ਰੂਪੀ ਭਰਮ ਸੀ ਉਹਨਾਂ ਸਮਾਂ ਤਾਂ ਇਹਨੂੰ ਸੱਤ ਹੀ ਦੀਂਦਾ ਹੈ। ਉਪਦੇਸੈ ਇਹ ਨਹਿ ਇਸ ਥਾਏ, ਤਾਂ ਉਸ ਸਮੇਂ ਇਹ ਨਾਮ ਸੱਪਦਾ ਹੈ ਕਿ ਉਹਨਾਂ ਸਮਾਂ ਜਿਹੜਾ ਹੈ ਇਹਨੂੰ ਸੱਪ ਦਿਸਦਾ ਸੀ। ਜਦੋਂ ਰੱਜੂ ਗਿਆਤ ਕੋ ਆਏ, ਰੱਸੀ ਦਾ ਗਿਆਨ ਆ ਗਿਆ, ਫਿਰ ਉਪਦੇਸੈ ਇਹ ਨਹਿ ਇਸ ਥਾਏ, ਫਿਰ ਕਦੇ ਵੀ ਉਸ ਨੂੰ ਸੱਪ ਨਹੀਂ ਕਹੂਗਾ, ਫਿਰ ਕਹੂ ਰੱਸੀ ਹੈ, ਫਿਰ ਚਾਹੇ ਸਾਰਾ ਨਗਰ ਕਹੇ ਸੱਪ ਹੈ, ਕਹੂ ਨਹੀਂ ਹੁਣ ਤਾਂ ਦੀਂਦੀ ਹੈ, ਹੁਣ ਕਿਵੇਂ ਕਹਿ ਦੂ ਸੱਪ ਹੈ। ਤੇ ਉਹ ਕਹਿੰਦੇ ਤੂੰ ਹੀ ਰੌਲਾ ਪਾਇਆ ਸੀ ਸੱਪ ਹੈ, ਅਸੀਂ ਤਾਂ ਕਹਿੰਨੂੰ, ਕਹਿੰਦਾ ਉਦੋਂ ਤਾਂ ਹਨੇਰਾ ਸੀ, ਮੈਨੂੰ ਭੁਲੇਖਾ ਪਿਆ, ਹੁਣ ਨਹੀਂ ਮੰਨਦਾ। ਹੁਣ ਚਾਹੇ ਦੇਖੋ ਪਹਿਲਾਂ ਦਾ ਰੌਲਾ ਪਾ ਲਿਆ ਇਹ ਸੱਪ ਹੈ ਸੱਪ, 10-20 ਜਣੇ ਇਕੱਠੇ ਹੋ ਗਏ, ਪ੍ਰਕਾਸ਼ ਚਾਨਣ ਹੋ ਗਿਆ, ਉਹ ਰੱਸੀ ਹੈ, ਕਹਿੰਦਾ ਠੀਕ ਹੈ ਮੰਨ ਗਿਆ, ਤੇ ਡਰ ਵੀ ਚੱਕਿਆ ਗਿਆ, ਸਾਰਾ ਕੁਝ ਉਹੀ ਅਵਸਥਾ ਪਹਿਲਾਂ ਵਾਲੀ ਹੋ ਗਈ। ਤੇ ਹੁਣ ਉਹ ਜੇ 20 ਕੋਲੇ ਖੜੇ ਚਾਹੇ ਲੱਖਾਂ ਵਾਰੀ ਕਹਿਣ ਸੱਪ ਹੈ ਇਹ, ਫੇਰ ਨਹੀਂ ਮੰਨਦਾ। ਤੇ ਹੁਣ ਉਹ ਜੇ ਮੁੜ ਕੇ ਕਹਿਣ ਵੀ ਦੇਖ ਅਸੀਂ ਤਾਂ ਨਹੀਂ ਕਿਹਾ ਸੀ, ਤੂੰ ਕਿਹਾ ਪਹਿਲਾਂ ਸੱਪ ਹੈ, ਤੇ ਹੁਣ ਤੂੰ ਮੰਨਦਾ ਨਹੀਂ। ਉਹੀ ਹੈ ਜਦੋਂ ਹਨੇਰਾ ਸੀ ਭਾਈ, ਹੁਣ ਚਾਨਣ ਹੋ ਗਿਆ, ਪਤਾ ਲੱਗ ਗਿਆ, ਹੁਣ ਕਿਵੇਂ ਮੰਨ ਜੂ। ਇਹ ਗੁਰਮੁਖੋ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਗਿਆਨ ਪ੍ਰਾਪਤ ਹੋ ਗਿਆ, ਉਹਨਾਂ ਦੇ ਮੂਹਰੇ ਚਾਹੇ ਕੋਈ ਲੱਖਾਂ ਦੁਨੀਆ ਦਲੀਲਾਂ ਦੇ ਚੱਲੇ ਕਿ ਸੰਸਾਰ ਸੱਤ ਹੈ, ਉਹ ਇਹੀ ਗੱਲ ਕਹੂ ਨਹੀਂ ਮਹਾਰਾਜ ਨੇ ਜੋ ਕਿਹਾ ਉਹੀ ਠੀਕ ਹੈ, ਜਗ ਰਚਨਾ ਸਭ ਝੂਠ ਹੈ। ਹੁਣ ਬ੍ਰਹਮ ਗਿਆਨੀ ਨੂੰ ਕਿਵੇਂ ਕੋਈ ਜਣਾ ਦੇਵੇ, ਉਹ ਮੰਨੇਗਾ ਨਹੀਂ, ਕਿਉਂਕਿ ਉਸ ਨੂੰ ਗਿਆਨ ਹੋ ਗਿਆ। ਪਰ ਜਿਨ੍ਹਾਂ ਨੂੰ ਗਿਆਨ ਨਹੀਂ ਉਹ ਫਿਰ ਕੀ ਕਹਿੰਦੇ ਆ, ਉਹ ਚਾਹੇ ਲੱਖਾਂ ਵਿਰੋਧ ਵੀ ਕਰਨ। ਇਸ ਕਰਕੇ ਤੁਸੀਂ ਵੇਖੋ ਅਗਿਆਨੀ ਪੁਰਸ਼ਾਂ ਨੇ ਗਿਆਨਵਾਨਾਂ ਨੂੰ ਫਿਰ ਜੇ ਤਾਕਤ ਆਈ ਤਾਂ ਸਜ਼ਾ ਤੱਕ ਦੇਤੀ, ਅਗਿਆਨੀ ਨੇ ਦਿੱਤੀ ਨਾ, ਤੇ ਸਜ਼ਾ ਵੀ ਐਸੀਆਂ ਦਿੱਤੀਆਂ ਕਿ ਮੁੜ ਕੇ ਕੋਈ ਇਹ ਗੱਲ ਕਹੇ ਨਾ। ਕਦੇ ਤੁਸੀਂ ਸੁਣਿਆ ਕਿ ਵੱਡੇ ਤੋਂ ਵੱਡੇ ਚੋਰ ਲਟੇਰੇ ਬੇਵਿਚਾਰੀ ਨੂੰ ਵੀ ਕਦੇ ਤੱਤੀ ਤਵੀ ਤੇ ਬਿਠਾਇਆ ਹੋਵੇ?
ਨਹੀਂ। ਦੀਨ ਦੁਨੀਆ ਦਾ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬਿਠਾਇਆ। ਇਹੋ ਜਿਹੀਆਂ ਸਜ਼ਾ, ਕਿਸੇ ਦਾ ਖੋਪਰ ਲਾਉਣਾ, ਕਿਸੇ ਨੂੰ ਪਾਣੀ ਚ ਵਾਲਣਾ, ਕਿਸੇ ਨੂੰ ਆਰੇ ਨਾ ਚੀਰਨਾ, ਇਹ ਕਿਹਨਾਂ ਨੂੰ? ਜਿਹੜੇ ਗਿਆਨਵਾਨ ਬ੍ਰਹਮ ਗਿਆਨੀ ਸੀ ਤੇ ਸਜ਼ਾਵਾਂ ਦੇਣ ਵਾਲੇ ਗਿਆਨੀ ਹੈ। ਇਸ ਕਰਕੇ ਉਹ ਜੋੜ ਤਾਲਮੇਲ ਬੈਠਿਆ ਨਹੀਂ। ਤੇ ਕੁਦਰਤੀ ਹੈ, ਜਿਹਦੇ ਨਾਲ ਸਾਡਾ ਤਾਲਮੇਲ ਨਾ ਬੈਠੇ ਤੇ ਸਾਨੂੰ ਚੰਗਾ ਨਹੀਂ ਲੱਗਦਾ। ਜਿਨ੍ਹਾਂ ਦੇ ਹੱਥ ਵਿੱਚ ਸੱਤਾ ਆਈ, ਤਾਕਤ ਆਈ, ਉਹਨਾਂ ਨਾਲ ਜਿਹਦਾ ਤਾਲਮੇਲ ਨਹੀਂ ਬੈਠਦਾ, ਫਿਰ ਉਹਨਾਂ ਦੇ ਕੋਲੇ ਤਾਕਤ ਹੁੰਦੀ ਹੈ। ਉਹ ਆਪਦੀ ਤਾਕਤ ਨਾਲ ਜਿੰਨਾ ਜ਼ੋਰ ਲਾਉਂਦੇ ਉਹਨਾਂ ਕੁ ਸਾਰਾ ਕੁਝ ਕਰਦੇ ਆ। ਜਿੱਥੇ ਤੱਕ ਹੋਵੇ ਸਜ਼ਾ ਦੇ ਸਕਦੇ ਆ। ਇਸ ਕਰਕੇ ਐਸਾ ਕੁਝ ਸੰਸਾਰ ਦੇ ਵਿੱਚ ਵੇਖਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਕਿ ਉਸ ਸਮੇਂ ਜਿਹੜਾ ਹੈ ਉਹਨੂੰ ਸੱਪ ਨਹੀਂ ਕਹੂਗਾ। ਮੈਂ ਨੀਕੇ ਹੇਰੀ ਰਜ ਹੈ, ਕਹੂਗਾ ਵੀ ਮੈਂ ਤਾਂ ਹੁਣ ਚੰਗੀ ਤਰ੍ਹਾਂ ਵੇਖ ਲਿਆ, ਇਹ ਤਾਂ ਰੱਸੀ ਹੈ। ਭੈ ਅਰ ਕੰਪ ਤਿਸੀ ਕੋ ਦਹੈ, ਜਿਹੜਾ ਡਰ ਤੇ ਕਾਂਬਾ ਸੀ ਉਹਦਾ ਨਾਸ਼ ਹੋ ਜਾਂਦਾ ਹੈ। ਤਿਮ ਉਪਦੇਸ਼ ਗੁਰੂ ਜਬ ਕਰੈ, ਉਸੇ ਤਰ੍ਹਾਂ ਜਹਾਂਗੀਰ ਜਦੋਂ ਗੁਰੂ ਉਪਦੇਸ਼ ਕਰਦਾ ਹੈ। ਮਨ ਅਗਿਆਨ ਤਿਸੀ ਕੋ ਹਰੈ, ਜਿਹੜਾ ਮਨ ਦੇ ਵਿੱਚ ਅਗਿਆਨ ਹੈ ਉਸ ਨੂੰ ਗੁਰੂ ਉਪਦੇਸ਼ ਗਿਆਨ ਨਾਲ ਨਾਸ਼ ਕਰ ਦਿੰਦਾ ਹੈ। ਨਿਸ਼ਚੈ ਹੋਏ ਗਿਆਨ ਧਿਸ਼ਟਾਨ, ਤਾਂ ਨਿਸ਼ਚੇ ਸਹਿਤ ਫਿਰ ਧਿਸ਼ਟਾਨ ਕਹੀਏ ਉਸ ਨੂੰ, ਗਿਆਨ ਧਿਸ਼ਟਾਨ ਹੋ ਜਾਂਦਾ ਹੈ। ਭਾਵ ਉਹਨੂੰ ਨਿਸ਼ਚੇ ਸਹਿਤ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੁਨਹ ਕਲਪਨਾ ਕਰੈ ਨਾਯਾਨ, ਤਾਂ ਤੇ ਫਿਰ ਉਹ ਮੁੜ ਕੇ ਕੋਈ ਵੀ ਕਲਪਨਾ ਨਹੀਂ ਕਰਦਾ ਹੈ। ਜਾਂ ਤੇ ਸੁਨੋ ਸ਼ਾਹੋ ਸੁਰਤ ਮਾਹੀ, ਇਸ ਕਰਕੇ ਇਹ ਬਾਦਸ਼ਾਹ ਸੁਣ ਵੀ ਧਰਮ ਗ੍ਰੰਥਾਂ ਦੇ ਵਿੱਚ ਫਿਰ ਇਸ ਕਰਕੇ ਹੀ ਜਹ ਅਲੰਬ ਜਗ ਜਾਨੋ ਤਾਹੀ, ਵੀ ਇਹ ਜੋ ਜਗਤ ਹੈ ਉਸ ਨੂੰ, ਇਹਦਾ ਜੋ ਅਲੰਬ ਹੈ, ਜਗਤ ਦਾ ਅਲੰਬ ਕਹੀਏ ਜੋ ਆਸਰਾ ਹੈ। ਧਰਮ ਗ੍ਰੰਥ ਸੁਰਤੀਆਂ ਇਹ ਕਹਿੰਦੀਆਂ ਕਿ ਜਹ ਅਲੰਬ ਜਗ, ਜੋ ਜਗਤ ਦਾ ਆਸਰਾ ਹੈ, ਜਾਨੋ ਤਾਹੇ, ਉਸ ਨੂੰ ਜਾਣ ਲਓ। ਜਿਸ ਜਾਣੇ ਸਗਰੋ ਭ੍ਰਮ ਜਾਏ, ਜਿਸ ਨੂੰ ਜਾਣ ਲਈਏ ਨਾ ਬ੍ਰਹਮ ਨੂੰ, ਤਾਂ ਫਿਰ ਸਾਰਾ ਭਰਮ ਚਲਿਆ ਜਾਂਦਾ ਹੈ। ਸਭ ਵਿਚਿਤਰਤਾ ਏਕ ਲਖਾਏ, ਆ ਜਿੰਨੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਅਦਭੁਤਤਾ, ਚਿੱਤਰ ਵਿਚਿਤਰਤਾ ਹੈ, ਸਾਰੀ ਇੱਕ ਹੀ ਜਾਣ ਲੇਗਾ ਕਿ ਨਹੀਂ, ਸਾਰਾ ਕੁਝ ਇੱਕੋ ਬ੍ਰਹਮ ਹੀ ਹੈ। ਜਿਨਹੁ ਦੇਹ ਹੰਤਾ ਢਿਗ ਧਾਰੀ, ਜਿਨ੍ਹਾਂ ਨੇ ਆਪਣੀ ਦੇਹੀ ਦੀ ਹੰਤਾ, ਹੰਤਾ ਕਹੀਏ ਹੰਗਤਾ, ਜਿਵੇਂ ਹੁਣ ਮੰਨ ਲਿਆ ਇਹ ਦੇਹੀ ਹਾਂ ਮੈਂ, ਤਾਂ ਫਿਰ ਭਰਮ ਪੈ ਗਿਆ ਇਹੀ, ਇਹ ਦੇਹੀ। ਹੁਣ ਕਿਸੇ ਨੇ ਪੁੱਛਿਆ ਤੂੰ ਕੌਣ ਹੈ, ਤਾਂ ਆਪਾਂ ਨਾਮ ਦੱਸਤਾ। ਤੇ ਕੋਈ ਗਿਆਨ ਬਿਆਨ ਕਹਿੰਦਾ ਵੀ ਨਾਂ ਤਾਂ ਤੇਰਾ ਤੇਰੇ ਮਾਂ-ਬਾਪ ਨੇ ਰੱਖਿਆ, ਤੂੰ ਕੀ ਹੈ ਪਹਿਲਾਂ ਵੀ? ਉਦੋਂ ਪਹਿਲਾਂ ਵੀ ਤਾਂ ਤੇਰਾ ਕੋਈ ਵਜੂਦ ਸੀ, ਤੇ ਉਦੋਂ ਨਾਂ ਤਾਂ ਤੇਰਾ ਬਾਅਦ ਚ ਰੱਖਿਆ ਜਦੋਂ ਦੁਨੀਆ ਤੇ ਆਇਆ। ਮਾਤਾ ਪਿਤਾ ਰਿਸ਼ਤੇਦਾਰਾਂ ਨੇ ਰਲ ਕੇ ਇਹਦਾ ਨਾਂ ਰੱਖਤਾ। ਫੇਰ ਤੂੰ ਕਿਹਾ ਵੀ ਮੈਂ ਫਲਾਣਾ ਸਿੰਘ ਐ, ਮੈਂ ਪਹਿਲਾਂ ਕੀ ਸੀ? ਫੇਰ ਕਿਸੇ ਨੇ ਹੁਣ ਵਰਲਡ ਲੈਵਲ ਤੇ ਪੁੱਛਿਆ ਵੀ ਕਿਹੜਾ ਤੂੰ, ਕਿੱਥੋਂ ਦਾ ਹੈ? ਉਹ ਕਹਿੰਦਾ ਜੀ ਮੈਂ ਫਲਾਣੇ ਦੇਸ਼ ਦਾ। ਇਹਦਾ ਤੇਰੇ ਕੋਲ ਕੋਈ ਸਬੂਤ ਆ? ਮੇਰੇ ਕੋਲੇ ਕਾਗਜ਼ ਨੇ, ਮੇਰੇ ਆਇਡੈਂਟੀ ਹੈ ਜਿਹੜੀ ਇਹ ਦੱਸਦੀ ਹੈ ਮੈਂ ਕਿਸ ਦੇਸ਼ ਦਾ। ਉਹ ਕਹਿੰਦੇ ਤਾਂ ਜਦੋਂ ਤੂੰ ਬਣਾਈ ਉਦੋਂ ਦੱਸਣ ਲੱਗੀ, ਜਦੋਂ ਨਹੀਂ ਸੀ ਬਣਾਈ ਉਦੋਂ। ਇਸ ਕਰਕੇ ਹੈ ਤਾਂ ਉੱਥੇ ਗੱਲ ਆ ਜਾਂਦੀ ਹੈ ਕਿ ਅਸਲ ਕੌਣ ਹੈ ਉਸ ਨੂੰ ਜਾਣਨਾ। ਤੇ ਜਦੋਂ ਤੂੰ ਸਰੀਰ ਨਹੀਂ ਸੀ, ਤੂੰ ਤਾਂ ਉਦੋਂ ਵੀ ਸੀਗਾ। ਹੁਣ ਇਹਨੇ ਸਰੀਰ ਨੂੰ ਆਪਾਂ ਸਮਝ ਲਿਆ। ਜਿਹੜੇ ਗੁਰਮੁਖ ਜਨ ਉਹ ਕਹਿੰਦੇ ਨਹੀਂ, ਸਰੀਰ ਨਹੀਂ, ਤੂੰ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਰੀਰ ਤੈਨੂੰ ਮਿਲਿਆ। ਰੋਜ਼ ਆਪਾਂ ਸ਼ਬਦ ਪੜ੍ਹਦੇ ਆ ਪੰਜਵੇਂ ਪਾਤਸ਼ਾਹ ਜੀ ਦਾ, ਜਾਂ ਸੁਣਦੇ ਆ, ਭਈ ਪ੍ਰਾਪਤ ਮਾਨੁਖ ਦੇਹੁਰੀਆ,
ਮਹਾਰਾਜ ਕਹਿੰਦੇ ਐ ਭਾਈ ਐ ਪ੍ਰਾਣੀ ਤੈਨੂੰ ਆਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹਦਾ ਮਤਲਬ ਜਿਹਨੂੰ ਕਹਿ ਰਹੇ ਨੇ ਕਿ ਤੈਨੂੰ ਪ੍ਰਾਪਤ ਹੋਈ ਉਹ ਕੌਣ ਹੈ? ਇਹ ਤਾਂ ਆਪਾਂ ਨੂੰ ਪ੍ਰਾਪਤ ਹੋਈ ਹੈ। ਹੁਣ ਜਿਵੇਂ ਕੋਈ ਸਾਧਨ ਤੇ ਆਪਾਂ ਜਾਂਦੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਹ ਸਾਧਨ ਆਪਾਂ ਨੂੰ ਪ੍ਰਾਪਤ ਹੋਇਆ ਪਰ ਸਾਧਨ ਤਾਂ ਨਹੀਂ ਹੈ। ਕੋਈ ਸਕੂਟਰ ਮੋਟਰਸਾਈਕਲ ਤੇ ਗਿਆ, ਸ਼ਹਿਰ ਚਲਿਆ ਗਿਆ, ਉਹਨੇ ਪੁੱਛਿਆ ਤੂੰ ਕੌਣ ਹੈ? ਤੂੰ ਕਹੇ ਮੈਂ ਸਕੂਟਰ ਹੈ ਜਾਂ ਮੋਟਰਸਾਈਕਲ ਹੈ, ਇਹ ਸਮਝ ਲਿਆ ਆਪਦੇ। ਉਹ ਕਹਿੰਦੇ ਇਹ ਤਾਂ ਤੈਨੂੰ ਮਿਲਿਆ, ਤੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਗਿਆ, ਤੂੰ ਕੌਣ ਹੈ? ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੁਸੀਂ ਸਰੀਰ ਨਾ ਸਮਝੋ ਆਪਣੇ ਆਪ ਨੂੰ, ਸਰੀਰ ਤਾਂ ਤੁਹਾਨੂੰ ਮਿਲਿਆ। ਹੁਣ ਜੇ ਮਿਲਿਆ ਤਾਂ ਕਾਹਦੇ ਵਾਸਤੇ? ਇਹ ਵੀ ਇੱਕ ਸਵਾਲ ਹੈ। ਦਿੱਤਾ ਕਾਹਦੇ ਵਾਸਤੇ ਹੈ? ਇਹ ਤਾਂ ਸੰਸਾਰ ਦੇ ਵਿੱਚ ਆਏ, ਕੰਮ ਧੰਦਾ ਕੀਤਾ, ਪਰਿਵਾਰ ਵਧਦੇ ਹੋਏ, ਇਸ ਵਾਸਤੇ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਸੰਸਾਰੀ ਖੇਡ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੈਨੂੰ ਭਾਈ ਇਸ ਕਰਕੇ ਮਿਲਿਆ ਹੈ ਕਿ ਤੈਨੂੰ ਇੱਕ ਬਾਰੀ ਦੇਤੀ, ਮੌਕਾ ਦੇਤਾ, ਤੇ ਇਹ ਜਾਣ ਲੈ ਕਿ ਇਸ ਵਿੱਚ ਫਿਰ ਤੂੰ ਜਿਹੜਾ ਹੈ ਪਰਮਾਤਮਾ ਦਾ ਨਾਮ ਜਪੇ। ਕਰਨਾ ਕੀ ਚਾਹੀਦਾ? ਅਵਰ ਕਾਜ ਤੇਰਾ ਕਿਤੈ ਨਾ ਕਾਮ। ਅਵਰ ਕਾਜ ਆ ਜਿੰਨੇ ਵੀ ਤੂੰ ਹੋਰ ਕੰਮ ਕਰਦਾ ਹੈ ਨਾ, ਚਾਹੇ ਉਹ ਸੰਸਾਰੀ ਧੰਦੇ ਹੈ, ਹੋਰ ਖੁਸ਼ੀਆਂ ਗਮੀਆਂ ਦੇ ਕਾਰਜ ਹੈ, ਇਹ ਤੇਰੇ ਕਿਸੇ ਕੰਮ ਨਹੀਂ। ਇਹ ਤਾਂ ਤੈਨੂੰ ਜੋ ਚੀਜ਼ ਮਿਲੀ ਹੋਈ ਹੈ ਉਹਦੇ ਕੰਮ ਹੈ, ਸਰੀਰ ਦੇ ਕੰਮ ਹੈ ਨਾ, ਤੇਰੇ ਤਾਂ ਨਹੀਂ ਕੰਮ। ਜੋ ਤੇਰਾ ਆਤਮ ਸਰੂਪ ਹੈ ਉਹਦੇ ਕੰਮ ਨਹੀਂ ਹੈ ਇਹ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਫਿਰ ਕੀ ਹੈ ਕੰਮ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਦੀ ਸਾਧ ਸੰਗ ਕਰਨੀ, ਪਰਮੇਸ਼ਰ ਦਾ ਨਾਮ ਜਪਣਾ। ਜੋ ਕਿ ਨਾਮ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਇਹੀ ਸ਼੍ਰੋਮਣੀ ਕਰਮ ਹੈ। ਸਭ ਤੋਂ ਸ਼੍ਰੋਮਣੀ ਜਿਹੜਾ ਹੈ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਦੀ ਕੀਰਤੀ ਤੇ ਸਾਧ ਸੰਗਤ ਇਹ ਭਾਈ ਸਾਰੇ ਧਰਮ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਇਹ ਜਾਣ ਲਓ ਜਿਹੜਾ ਵਾਹਿਗੁਰੂ ਦਾ ਨਾਮ ਲੈਂਦਾ ਤੇ ਸਤਸੰਗ ਕਰਦਾ, ਉਹ ਬਾਕੀ ਜਿੰਨੇ ਵੀ ਕੋਈ ਧਰਮ ਕਰਮ ਕਰਦੇ ਹੋ, ਕੋਈ ਸੇਵਾ ਕਰੇ ਕਿਸੇ ਤਰ੍ਹਾਂ ਦੀ ਵੀ ਹੋਰ, ਪਰ ਉਹ ਆਪਣੀ ਜਗ੍ਹਾ ਉਹਨਾਂ ਦੀ ਮਹਾਨਤਾ ਹੈ। ਕੋਈ ਬਰਤਨ ਸਾਫ਼ ਕਰਦਾ ਹੈ, ਕੋਈ ਝਾੜੂ ਦਿੰਦਾ ਹੈ, ਕੋਈ ਹੋਰ ਸਫਾਈ ਦਾ ਗੁਰੂ ਘਰਾਂ ਵਿੱਚ ਆਪਾਂ ਕਾਰਜ ਕਰਦੇ ਆ, ਕੋਈ ਗੁਰਮੁਖੋ ਜਿੰਨੇ ਵੀ ਹੋਰ ਉਹ ਸੇਵਾਵਾਂ ਨੇ ਨਾ, ਉਹਨਾਂ ਦੇ ਫਲ ਮਿਲਦੇ ਆ। ਤੇ ਜੇ ਪੁੱਛੀਏ ਵੀ ਮਹਾਰਾਜ ਇਹਨਾਂ ਚੋਂ ਸਭ ਨੂੰ ਸ਼੍ਰੋਮਣੀ ਕਰਮ ਕਿਹੜਾ ਹੈ, ਤਾਂ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ। ਪਰ ਸਾਡਾ ਕੀ, ਅਸੀਂ ਹੋਰ ਸਾਰੇ ਕਰਮ ਕਰ ਲੈਂਦੇ ਆ, ਸਤਸੰਗ ਨਹੀਂ ਕਰਦੇ। ਇਸ ਕਰਕੇ ਹਰ ਕਰਮ ਕਰਨ ਵਾਲਾ ਅਗਰ ਸਤਸੰਗੀ ਹੋਵੇਗਾ ਤਾਂ ਉਹਨੂੰ ਪਤਾ ਹੋਊ ਕਿ ਕਿਹੜਾ ਕਰਮ ਕਿਸ ਤਰ੍ਹਾਂ ਕਰਨਾ ਹੈ। ਦੁਨੀਆ ਦੇ ਵਿੱਚ ਤਰਨ ਵਾਸਤੇ ਧਰਮ ਕਰਨ ਵਾਲਿਆਂ ਨੂੰ ਸਤਸੰਗੀ ਹੋਣਾ ਜ਼ਰੂਰੀ ਤੇ ਸਿਮਰਨ ਵਾਲੇ ਹੋਣਾ ਜ਼ਰੂਰੀ ਹੈ। ਇਹਦੇ ਨਾਲ ਸਿਮਰਨ ਤੇ ਸਤਸੰਗ ਦੇ ਨਾਲ ਫਿਰ ਜਿਹੜੇ ਅਸੀਂ ਹੋਰ ਸੇਵਾਵਾਂ ਕਰਾਂਗੇ ਉਹਨਾਂ ਦਾ 10 ਗੁਣਾ ਫਲ ਵੱਧ ਜਾਂਦਾ, 10 ਗੁਣਾ ਫਲ ਵਧੂਗਾ। ਤੇ ਸਤਿਗੁਰੂ ਕਿਰਪਾ ਕਰਨ। ਇਹ ਤਾਂ ਹੁਣ ਚਲੋ ਵੱਖਰੀ ਗੱਲ ਆ ਜਾਂਦੀ ਹੈ, ਜਦੋਂ ਇਤਿਹਾਸ ਤੋਂ ਗੱਲ ਫਿਰ ਥੋੜੀ ਪਾਸੇ ਚਲੀ ਜਾਂਦੀ ਹੈ। ਇਹ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ। ਮਹਾਰਾਜ ਕਹਿਣ ਲੱਗੇ ਜਿਨਹੂ ਦੇਹ ਹੰਤਾ ਢਿਗ ਧਾਰੀ। ਜਿਨ੍ਹਾਂ ਨੇ ਦੇਹ ਹੰਗਤਾ, ਦੇਹ ਦੀ ਹੰਗਤਾ ਜਿਹੜੀ ਹੈ ਦੇਹ ਦੇ ਵਿੱਚ ਧਾਰਨ ਕਰ ਲਈ, ਦੇਹ ਨਾਲ ਹੰਗਤਾ ਧਾਰਨ, ਹੰਤਾ ਧਾਰਨ ਕਰ ਲਈ, ਭਾਵ ਆਪਣੇ ਆਪ ਨੂੰ ਦੇਹੀ ਜਾਣ ਲਿਆ,
ਤੇ ਦਾਵੇ ਬੰਦ ਹੈ ਭ੍ਰਮ ਭਾਰੀ। ਉਹ ਭਰਮਾਂ ਵਿੱਚ ਪੈ ਕੇ ਫਿਰ ਵੱਡੇ ਵੱਡੇ ਦਾਵੇ ਬੰਦ ਹੈ ਜਗਤ ਉੱਤੇ। ਹਾਲਤ ਨਹੀਂ ਸੁਖ ਪਾਲਤ ਨ ਢੋਈ। ਉਹਨੂੰ ਫਿਰ ਨਾ ਤੇ ਪ੍ਰਲੋਕ ਵਿੱਚ ਨਾ ਭਾਈ ਆ ਲੋਕ ਵਿੱਚ ਕੋਈ ਵੀ ਸੁੱਖ ਨਹੀਂ ਮਿਲਦਾ। ਹਾਲਤ ਨਹੀਂ ਸੁਖ ਪਾਲਤ ਨ ਢੋਈ। ਲੋਕ ਵਿੱਚ ਸੁੱਖ ਨਹੀਂ ਮਿਲਦਾ ਤੇ ਪ੍ਰਲੋਕ ਵਿੱਚ ਵਾਹਿਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ ਹੈ। ਪ੍ਰਭ ਤੇ ਸਦਾ ਦੁਹਾਗਣ ਸੋਈ। ਉਹ ਇਉਂ ਜਾਣ ਲੋ ਕਿ ਪਰਮੇਸ਼ਰ ਤੋਂ ਹਮੇਸ਼ਾ ਵਾਸਤੇ ਦੁਹਾਗਣ ਰੂਪ ਛੁੱਟੜ ਰੂਪ ਹੈ। ਜਾਂ ਤੇ ਸੁਨੋ ਸ਼ਾਹ ਤਨ ਮਾਨ। ਇਸ ਕਰਕੇ ਹੇ ਬਾਦਸ਼ਾਹ ਸੁਣ ਇਹ ਜਿਹੜਾ ਤਨ ਦਾ ਮਾਣ ਹੰਕਾਰ ਹੈ। ਇਸ ਕੇ ਤਿਆਗਣ ਤੇ ਦੁੱਖ ਹਾਨ। ਇਹਨੂੰ ਤਿਆਗਣ ਦੇ ਨਾਲ ਹੀ ਜਿਹੜੇ ਦੁੱਖ ਨੇ ਉਹ ਨਾਸ਼ ਹੁੰਦੇ ਹਨ। ਸੁਣ ਹਜ਼ਰਤ ਨੇਰ ਦੇ ਵਿਚਾਰਾ। ਤਾਂ ਇਹ ਸੁਣ ਕੇ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਸਨੇ ਮਨ ਵਿੱਚ ਵਿਚਾਰਿਆ ਹੈ। ਨਯੋ ਵੇਖ ਇੱਕ ਬਾਹਰ ਧਾਰਾ। ਇਹ ਤਾਂ ਅੰਦਰੋਂ ਧੌਵੇਂ ਹੀ ਸੰਤ ਸਰੂਪ ਨੇ, ਤਾਂ ਬਾਹਰ ਹੀ ਇਹਨਾਂ ਨੇ ਇੱਕ ਨਵਾਂ ਭੇਸ਼ ਧਾਰਿਆ ਹੈ। ਪ੍ਰਥਮ ਗੁਰਨ ਕੇ ਮਤ ਸਮ ਮਤ ਹੈ। ਪਹਿਲੇ ਗੁਰੂ ਸਾਹਿਬਾਨਾਂ ਦੇ ਵਾਂਗੂ ਹੀ ਇਹਨਾਂ ਦੀ ਜੋ ਮਤ ਹੈ ਉਸੇ ਤਰ੍ਹਾਂ ਹੀ ਹੈ। ਨਿਸ਼ਚਾ ਏਕ ਰੀਤ ਹੀ ਚਿੱਤ ਹੈ। ਜੋ ਨਿਸ਼ਚਾ ਇੱਕ ਤੇ ਹੀ ਰੀਤੀ ਵਾਲੀ ਹੀ ਚਿੱਤ ਵਿੱਚ, ਇੱਕ ਤੇ ਨਿਸ਼ਚਾ ਧਾਰਨ ਵਾਲੀ ਰੀਤ ਹੀ ਚਿੱਤ ਵਿੱਚ ਹੈ। ਧੰਨ ਪੀਰ ਜੀ ਬਾਕ ਬਖਾਨਾ। ਤਾਂ ਫਿਰ ਉਸਨੇ ਬਚਨ ਕਹੇ ਜਹਾਂਗੀਰ ਨੇ ਕਿ ਹੇ ਪੀਰ ਜੀ ਤੁਸੀਂ ਧੰਨ ਹੋ। ਸ੍ਰੀ ਨਾਨਕ ਕੇ ਹੋ ਤੁਮ ਥਾਨਾ। ਤੁਸੀਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਥਾਨ ਤੇ ਉਹੀ ਰੂਪ ਹੋ। ਪੁਨ ਭੇਟਾ ਧਰ 5000। ਫਿਰ ਭਾਈ ਉਸਨੇ 5000 ਰੁਪਇਆ ਭੇਟਾ ਧਰੀ ਹੈ। ਕਰੀ ਬੰਦਨਾ ਬਹੁ ਪ੍ਰਕਾਰ। ਤੇ ਬਹੁਤ ਤਰ੍ਹਾਂ ਨਾਲ ਨਮਸਕਾਰ ਕੀਤੀ। ਦੋਹਰਾ ਖੁਸ਼ੀ ਕਰੋ ਨਿਜ ਪੀਰ ਜੀ। ਸਭ ਸਥਾਨ ਨਿਜ ਜਾਨ। ਹੇ ਪੀਰ ਜੀ ਆ ਜਿੰਨਾ ਸਥਾਨ ਹੈ ਸਭ ਤੁਸੀਂ ਆਪਣਾ ਹੀ ਜਾਣ ਕੇ ਖੁਸ਼ੀਆਂ ਕਰੋ, ਕਿਰਪਾ ਕਰੋ। ਦੇਹੋ ਦਰਸ਼ਨ ਕੋ ਦਿਨ ਇਹਾਂ। ਮਮ ਇੱਛ ਪੂਰਨ ਠਾਨ। ਤੇ ਕੁਝ ਦਿਨ ਹੇ ਪੀਰ ਜੀ ਇੱਥੇ ਰਹਿ ਕੇ ਤੁਸੀਂ ਦਰਸ਼ਨ ਦਿਓ ਤੇ ਮੇਰੀਆਂ ਇੱਛਾਵਾਂ ਨੂੰ ਪੂਰੀਆਂ ਕਰੋ। ਚੌਪਈ ਪੁਨਹ ਸ਼ਾਹੋ ਅਸ ਬਿਨੈ ਉਚਾਰੇ। ਫਿਰ ਬਾਦਸ਼ਾਹ ਨੇ ਇਸ ਤਰ੍ਹਾਂ ਬੇਨਤੀ ਕੀਤੀ। ਹਮ ਭੀ ਸੇਵਕ ਸਿੱਖ ਤੁਮਾਰੇ। ਕਿ ਅਸੀਂ ਵੀ ਮਹਾਰਾਜ ਤੁਹਾਡੇ ਸਿੱਖ ਸੇਵਕ ਹਾਂ। ਦੇਹੁ ਪ੍ਰਸਾਦ ਖਾਏ ਸੁਖ ਪਾਵੈ। ਕਿਰਪਾ ਕਰਕੇ ਸਾਨੂੰ ਵੀ ਪ੍ਰਸ਼ਾਦ ਦਿਓ, ਅਸੀਂ ਵੀ ਛਕ ਕੇ ਸੁਖ ਪਾਈਏ। ਮਾਨੁਖ ਜਨਮ ਆਪਨ ਸਫਲ ਆਵੈ। ਤੇ ਆਪਣਾ ਮਨੁੱਖਾ ਜਨਮ ਜੋ ਹੈ ਉਹ ਸਫਲ ਕਰੀਏ। ਪਿਖ ਸ਼ਰਧਾ ਗੁਰ ਥਾਰ ਦਿਵਾਇਓ। ਤਾਂ ਸ਼ਰਧਾ ਵੇਖ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਭਾਈ ਆਪਣਾ ਸੀਤ ਪ੍ਰਸ਼ਾਦ ਵਾਲਾ ਥਾਲ ਉਸ ਨੂੰ ਦਿੱਤਾ ਹੈ। ਤਬ ਵਜ਼ੀਰ ਖਾਂ ਸਭ ਵਰਤਾਇਓ। ਤਾਂ ਵਜ਼ੀਰ ਖਾਂ ਨੇ ਉਹ ਕੜਾ ਪ੍ਰਸ਼ਾਦ ਜੋ ਸਾਰਾ ਵਰਤਾ ਦਿੱਤਾ ਹੈ। ਮੁਖ ਪਾਇਓ ਸ਼ਾਹ ਸਵਾਦ ਅਜਾਇਬ। ਜਦੋਂ ਪ੍ਰਸ਼ਾਦ ਮੁਖ ਵਿੱਚ ਪਾਇਆ ਬਾਦਸ਼ਾਹ ਨੂੰ ਅਜੀਬ ਹੀ ਹੈਰਾਨੀਜਨਕ ਅਜਬ ਹੀ ਸਵਾਦ ਆਇਆ ਹੈ। ਕਹਿਓ ਧੰਨ ਗੁਰੂ ਨਾਨਕ ਸਾਹਿਬ। ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਧੰਨ ਹਨ। ਅਪਰ ਗ੍ਰਾਸ ਪੁਨ ਮੁਖ ਮਹਿ ਪਾਇਓ। ਫਿਰ ਭਾਈ ਹੋਰ ਗ੍ਰਾਹੀ ਮੁਖ ਦੇ ਵਿੱਚ ਪਾਈ ਹੈ। ਖਾਵਤ ਰੁਚ ਤੇ ਬਚਨ ਅਲਾਇਓ। ਰੁਚੀ ਨਾਲ ਛਕ ਰਿਹਾ ਤੇ ਇਸ ਤਰ੍ਹਾਂ ਕਹਿੰਦਾ ਹੈ।
ਸ੍ਰੀ ਨਾਨਕ ਬ੍ਰਿਧ ਬੈ ਬਹੁ ਹੋਵੈ। ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬ੍ਰਿਧ ਕਹੀਏ ਉਮਰ ਜਿਹੜੀ ਹੈ ਬ੍ਰਿਧ ਵੱਡੀ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਬ੍ਰਿਧ ਬਹੁ ਹੋਵੈ, ਤਾਂ ਕਿ ਇਸ ਤਰ੍ਹਾਂ ਦੀ ਵੱਡੀ ਜਿਹੜੀ ਹੈ ਬੈ ਨਾਮ ਉਮਰ ਦਾ ਹੋਵੇ। ਆਸ ਪ੍ਰਸਾਦ ਜਿਨ ਹਿਤ ਕਰ ਜੁਵੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਐਸਾ ਦੇਖੋ ਗੁਰੂ ਨਾਨਕ ਦੇ ਪਾਤਸ਼ਾਹ ਬਹੁਤ ਵੱਡੇ ਹੋਏ, ਜਿਨ੍ਹਾਂ ਕਿਰਪਾ ਨਾਲ ਪ੍ਰਸਾਦ ਦੀ ਪ੍ਰਾਪਤੀ ਹੋਈ। ਬਿਨਾ ਦਸਨ ਸੋ ਖਾਏ ਸੁਖਾਰੇ, ਤੇ ਜਿਹੜਾ ਦੇਖੋ ਦਸਨ ਨਾਮ ਦੰਦਾਂ ਦਾ ਵੀ ਆਹ ਜਿਹੜਾ ਕੜਾਹ ਪ੍ਰਸਾਦ ਹੈ, ਇਹ ਕਿੱਡੀ ਗੁਰੂ ਨੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ। ਬਿਨਾਂ ਦੰਦਾਂ ਤੋਂ ਸੌਖਾ ਹੀ ਛਕਿਆ ਜਾਂਦਾ ਹੈ। ਤੇ ਇਹ ਤਾਂ ਹੁਣ ਕਿੱਡੀ ਕਿਰਪਾ ਹੈ ਨਾ। ਬਾਕੀ ਸਾਰੇ ਆਪਾਂ ਚਬਾ ਕੇ ਖਾਂਦੇ ਆ, ਤੇ ਪ੍ਰਸ਼ਾਦ ਹੈ ਉਹ ਗੁਰਮੁਖ ਉਸੇ ਤਰ੍ਹਾਂ ਛਕ ਲੈਂਦੇ ਆ। ਜਿਹੜਾ ਨਵਾਂ ਆਇਆ ਕੋਈ, ਉਹਨੂੰ ਕਹੇ ਵੀ ਪ੍ਰਸ਼ਾਦ ਲੈ ਲਾ, ਉਹ ਕਹਿੰਦਾ ਮੈਨੂੰ ਤਾਂ ਭੁੱਖ ਨਹੀਂ। ਉਹ ਕਹਿੰਦੇ ਭੁੱਖ ਨਹੀਂ ਵੀ ਨਾਲ ਆਇਆ ਸੀ ਕੋਈ, ਤੇ ਉਹਨਾਂ ਸਮਿਆਂ ਵਿੱਚ ਉਹ ਜਿਹੜਾ ਸੀ 25 ਪੈਸੇ ਮੱਥਾ ਟੇਕਿਆ ਉਹਨੇ, ਤੇ ਹੁਣ ਇੱਕ ਸਿੱਖ ਦੇ ਨਾਲ ਕੋਈ ਦੂਜੇ ਧਰਮ ਦਾ ਸੀ, ਕਦੇ ਆਇਆ ਨਹੀਂ ਸੀ ਵਿਚਾਰਾ। ਉਹ ਕਹੇ ਨਹੀਂ ਮੈਂ ਨਹੀਂ ਲੈਣਾ। ਉਹ ਕਹਿੰਦਾ ਛਕ ਲਾ ਕੋਈ ਨਹੀਂ। ਚਲੋ ਉਹ ਥੋੜਾ ਲੈ ਕੇ ਪ੍ਰਸ਼ਾਦ ਜਿੰਨਾ ਵਰਤਾਵੇ ਨੇ ਗੱਫਾ ਦਿੱਤਾ, ਉਹ ਲੈ ਕੇ ਛਕ ਲਿਆ। ਜੋ ਛਕਿਆ ਉਹਨੂੰ ਬੜਾ ਆਨੰਦ ਆਇਆ। ਤੇ ਉਹ ਕਹਿੰਦਾ ਵੀ ਇਹ ਤਾਂ ਖੁਰਾਕ ਹੀ ਬੜੀ ਵਧੀਆ ਹੈ, ਨਾ ਚੱਬਣ ਦੀ ਲੋੜ, ਨਾ ਹੁਣ ਜੀਭ ਤੇ ਧਰੋ ਤੇ ਗਾਂ। ਉਹ ਫਿਰ ਕਹਿੰਦਾ ਮੈਂ ਆਇਆ, ਕਿੱਧਰ ਚੱਲਿਆ? ਕਹਿੰਦਾ ਮੁੜ ਕੇ ਆਉਣਾ ਮੈਂ, ਤੂੰ ਰੋਕ। ਬਾਬੇ ਕੋਲ ਆਇਆ, ਕਹਿੰਦਾ ਬਾਬਾ 25 ਪੈਸੇ ਹੋਰ ਲੈ ਲਾ। ਇੰਨਾ ਕੀ ਹੋਰ ਦੇ ਦੇ? ਉਹ ਕਹਿੰਦਾ ਵੀ ਗੱਲ ਇਉਂ ਹੈ, ਇੱਥੇ ਚਾਹੇ ਤੂੰ ਹੁਣ ਕਰੋੜ ਰੁਪਈਆ ਰੱਖ, ਚਾਹੇ ਊਂ ਆ ਜਾ, ਪ੍ਰਸ਼ਾਦ ਓਨਾ ਹੀ ਮਿਲਣਾ। ਇਹ ਕੋਈ ਪੈਸਿਆਂ ਦਾ ਮੁੱਲ ਨਹੀਂ ਮਿਲਦਾ। ਫਿਰ ਉਹਨੂੰ ਸਮਝਾਇਆ, ਉਹਨੂੰ ਪੁੱਛਿਆ ਵੀ ਆਏ? ਉਹ ਕਹਿੰਦੇ ਭਾਈ ਇਹ ਤਾਂ ਅਸੀਂ ਗੁਰੂ ਦੇ ਚਰਨਾਂ 'ਚ ਭੇਟਾ ਰੱਖਦੇ ਆਂ, ਜੋ ਮਾਇਆ ਹੈ। ਇਹ ਜਿਹੜਾ ਪ੍ਰਸ਼ਾਦ ਹੈ ਇਹਦਾ ਕੋਈ ਮੁੱਲ ਨਹੀਂ ਹੈ। ਇਹ ਤਾਂ ਜਿਹੜਾ ਹੈ ਕਿਣਕਾ ਮਾਤਰ ਗੁਰੂ ਦੀ ਕਿਰਪਾ ਸਰੂਪ ਲੈ ਕੇ ਛਕਣਾ। ਤੇ ਜੋ ਆਪਾਂ ਕੜਾਹ ਪ੍ਰਸ਼ਾਦ ਲੈਂਦੇ ਆ ਨਾ, ਇਹ ਗੁਰਮੁਖੋ ਗੁਰੂ ਦੀ ਕਿਰਪਾ ਹੈ। ਇਸ ਕਰਕੇ ਉਹ ਕਾਫੀ ਸਮਾਂ ਹੋ ਗਿਆ, ਇਹ ਕਮਾਈ ਸੀ, ਉਹ ਪ੍ਰਸ਼ਾਦ ਲੈ ਕੇ ਬਾਹਰ ਕੁੱਤਿਆਂ ਨੂੰ ਕੁਝ ਸਿੱਟ ਜਾ ਕਰੇ, ਤੇ ਆਪਦੇ ਬੰਨਿਓ ਤਾਂ ਉਹ ਐਂ ਕਹੇ ਵੀ ਮੈਂ ਤਾਂ ਦਾਨ ਪੁੰਨੀ ਬਹੁਤ ਵੱਡਾ ਕਰਨ ਲੱਗੀ ਆ। ਫਿਰ ਉਹ ਸਮਝਾਇਆ ਉਹਨੂੰ, ਇਹ ਨਹੀਂ ਹੁੰਦਾ, ਇਹ ਤਾਂ ਗੁਰੂ ਦੀ ਕਿਰਪਾ ਤੈਨੂੰ ਮਿਲੀ ਆ, ਤੂੰ ਛਕ, ਤੇ ਤੂੰ ਛਕਣਾ ਤੈਨੂੰ ਚਾਹੀਦਾ ਹੈ। ਤੇ ਜਿੰਨਾ ਕੁ ਜਿਹੜਾ ਹੈ ਉਹ ਆਪਦਾ ਸਰੀਰ ਹਿਸਾਬ ਨਾਲ ਤੁਸੀਂ ਵਰਤਾਵੇ ਨੂੰ ਬੇਨਤੀ ਕਰ ਸਕਦੇ ਹੋ। ਤੇ ਉਹ ਕਹਿੰਦਾ ਜਿਹੜੀ ਵੱਖਰੀ ਹੈ ਵੀ ਖੁਰਾਕ ਤੁਸੀਂ ਵੰਡਣੀ ਹੈ, ਅਗਰ ਤੂੰ ਛਕਾਉਣਾ ਹੈ ਕਿ ਕੁੱਤਿਆਂ ਨੂੰ ਚਾਹੇ ਹੋਰਾਂ ਨੂੰ, ਇਹ ਗੁਰੂ ਵਾਲੇ ਤਾਂ ਪ੍ਰਸ਼ਾਦ ਰੂਪ ਹੈ। ਉਹ ਤੂੰ ਘਰੇ ਤਿਆਰ ਕਰ 5-7 ਕਿਲੋ ਦੇਸੀ ਘਿਓ ਦਾ, ਤੇ ਕੁੱਤੇ ਬਥੇਰੇ ਫਿਰਦੇ ਆ, ਮੈਂ ਕਹਿੰਦਾ ਨੂੰ ਛਕਾਈ, ਨਾਲੇ ਉਹਨਾਂ ਨੂੰ ਕੁਛ ਬਣੂ, ਨਾਲੇ ਤੇਰਾ ਕੁਛ ਲੱਗੂ। ਇਹਦੇ ਕਿਣਕੇ ਨਾ ਉਹਨੂੰ ਕੁਛ ਬਣਿਆ ਤੇ ਨਾ ਤੈਨੂੰ। ਇਹ ਪਰ ਕਹਿੰਦਾ ਨਹੀਂ, ਉਧਰ ਤਾਂ ਫਿਰ ਖਰਚਾ ਹੋ, ਇਹਦੇ ਚੋਂ ਹੀ ਪੁੰਨ ਖੱਟਣੇ ਚਾਹੁੰਦਾ। ਆ ਤੁਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਦੇਖ ਲਓ, ਕੜਾਹ ਪ੍ਰਸ਼ਾਦ ਲੈ ਲੈਣਗੇ ਮਾਈਆਂ, ਆਪਣੇ ਕੋਲੇ ਆ, ਤੇ ਪੁੰਨਿਆਂ ਤੇ ਟਾਲੀਣਾ ਸਾਹਿਬ ਕੀ ਹੁੰਦਾ, ਦੇਗ ਲੈ ਲੈਂਦੇ ਆ, ਕਦੇ ਉੱਥੇ ਚੁੰਡੀ ਰੱਖਤੀ, ਕਦੇ ਉੱਥੇ ਰੱਖਤੀ, ਕਦੇ ਇਹੋ ਜਿਹਾ ਕੁਛ ਬਥੇਰਾ। ਕਹਿੰਦੇ ਭਾਈ ਨਾਂ ਨਿਸ਼ਾਨ ਸਾਹਿਬ ਦੇ ਥੜੇ ਰੱਖੋ, ਆ ਦਾਣੇ ਤੁਸੀਂ ਦੇਖੋ ਲੈ ਕੇ ਜਾਂਦੀਆਂ, ਮੁੱਠੀ ਉੱਥੇ ਪਾਤੀ, ਮੁੱਠੀ ਉੱਥੇ ਰੱਖਤੀ ਆ ਉਧਰ। ਇਹ ਜਿਹੜੀਆਂ ਮਨਮਤਾਂ ਸ਼ੁਰੂ ਕਰ ਲਈਆਂ ਗੁਰੂ ਘਰਾਂ ਦੇ ਵਿੱਚ, ਤੇ ਫਿਰ ਪ੍ਰਬੰਧਕਾਂ ਨੂੰ ਐ ਹੁੰਦਾ ਜੇ ਬਹੁਤਾ ਕਿਹਾ ਕਿਤੇ ਆਉਣੋਂ ਨਾ ਹਟ ਜਾਣ, ਇਹ ਆ ਵੀ ਵੱਡੀ ਪ੍ਰੋਬਲਮ ਪੈ ਜਾਂਦੀ ਹੈ। ਇਹ ਸਾਰੀਆਂ ਮਨਮਤਾਂ ਨੇ, ਜਿਹੜਾ ਹੈ ਇਹ ਬੇਅਦਬੀ ਹੈ। ਅਸੀਂ ਪ੍ਰਸ਼ਾਦ ਲੈ ਕੇ ਛਕਿਆ ਨਾ, ਤਾਂ ਗੁਰੂ ਦੀ ਕਿਰਪਾ ਦੀ ਬੇਅਦਬੀ ਕੀਤੀ ਹੈ, ਤੇ ਇਹ ਬੇਅਦਬੀ ਦਾ ਦੁੱਖ ਰੂਪ ਫਲ ਮਿਲੂਗਾ। ਜੇ ਉੱਥੇ ਰੱਖਦਾ, ਕਦੇ ਕੰਧ ਤੇ ਰੱਖਦਾ, ਕਦੇ ਕਿਸੇ ਕਈ ਨਿਸ਼ਾਨ ਸਾਹਿਬ ਦੇ ਥੜੇ ਤੇ ਰੱਖਦਾ, ਵੀ ਦੱਸੋ ਹੁਣ ਮਹਾਰਾਜ ਨੂੰ ਕਹਿੰਦੇ ਤੂੰ ਵੀ ਛਕ ਲਾ। ਗੁਰੂ ਸਾਹਿਬ ਤਾਂ ਦਾਤਾ ਹੈ ਪ੍ਰਸ਼ਾਦ ਦੇਣ ਦਾ, ਇਹ ਤਾਂ ਕਿਰਪਾ ਕਰਦਾ ਹੈ। ਅਸੀਂ ਗੁਰੂ ਦੀ ਕਿਰਪਾ, ਗੁਰੂ ਨੂੰ ਤੇ ਕਿਰਪਾ ਕਿਵੇਂ ਕਰ ਦਿਆਂਗੇ? ਗੁਰੂ ਦਾ ਦਿੱਤਾ ਤਾਂ ਅਸੀਂ ਕਿਰਪਾ ਲੈ ਕੇ ਛਕਣੀ ਹੈ।
ਇਹ ਬੰਦਾ ਕਹਿੰਦਾ ਨਹੀਂ ਮੈਂ ਇਸ ਨੂੰ ਮੁੜ ਕੇ ਛਕਾਵਾਂ। ਗੁਰੂ ਸਾਹਿਬ ਨੇ ਗੁਰਮੁਖੋ ਭੋਗ ਲਾਤਾ ਤੇ ਸੀਤ ਪ੍ਰਸਾਦ ਦੇ ਵਿੱਚ ਸਾਡੇ ਤੇ ਕਿਰਪਾ ਕੀਤੀ ਹੈ। ਇਸ ਕਰਕੇ ਹੁਣ ਇੱਥੇ ਤਾਂ ਆਪਣੇ ਨਹੀਂ ਇੰਨਾ ਕੋਈ ਇਸ ਤਰ੍ਹਾਂ ਕਰਦਾ, ਕਿਉਂਕਿ satsang ਕਰਦੇ ਹੋ, ਸਿਆਣੇ ਹੋ ਤੁਸੀਂ। ਜੇ ਕੋਈ ਭੁੱਲ ਭੁਲੇਖੇ ਅਗਰ ਇਹੋ ਜਿਹੀ ਕੋਈ ਮਨਮਤ ਕਰਦਾ ਤਾਂ ਉਹਨੂੰ ਨਹੀਂ ਕਰਨੀ ਚਾਹੀਦੀ। ਕਿਤੇ ਵੀ ਜਾਵੋ ਸਥਾਨ ਤੇ, ਕਿਸੇ ਵੀ ਧਰਮ ਸਥਾਨ ਤੇ, ਤਾਂ ਕੋਈ ਐਸੀ ਬੇਅਦਬੀ ਨਹੀਂ ਕਰਨੀ। ਚਾਹੇ ਕੋਈ ਅੰਨ ਅਨਾਜ ਲੈ ਕੇ ਜਾਂਦੇ ਹੋ, ਕੋਈ ਰਾਸ਼ਨ ਲੈ ਕੇ ਜਾਂਦੇ ਹੋ, ਸਹੀ ਥਾਂ ਤੇ ਉਹਨੂੰ ਪਹੁੰਚਦਾ ਕਰਨਾ ਚਾਹੀਦਾ, ਜਗ੍ਹਾ ਜਗ੍ਹਾ ਨਹੀਂ ਵੀ ਉੱਥੇ ਖੰਡਾ ਤੇ 4 ਦਾਣੇ ਉੱਥੇ, ਇਹੋ ਜਿਹੀਆਂ ਮਨਮੱਤਾਂ ਨਹੀਂ ਕਰਨੀਆਂ। ਤੇ ਪ੍ਰਸ਼ਾਦ ਜਿੰਨਾ ਕੁ ਤੁਹਾਨੂੰ ਲੱਗਦਾ ਮੈਨੂੰ ਸਰੀਰਕ ਲਈ ਇੰਨਾ ਕੀ ਜ਼ਰੂਰੀ ਹੈ, ਬੇਨਤੀ ਕਰਕੇ ਕਣਕਾ ਕੇ ਇਸ਼ਾਰੇ ਨਾਲ ਉਹਨਾਂ ਪ੍ਰਾਪਤ ਕਰਕੇ ਉਹਨੂੰ ਛਕ ਲੈਣਾ ਚਾਹੀਦਾ ਹੈ। ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ। ਕਹਿਣ ਲੱਗਿਆ ਜੀ, ਇਹ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ, ਆਸ ਪ੍ਰਸਾਦ ਜਿਨ ਹਿਤ ਕਰ ਜੁਵੈ। ਜਿਨ੍ਹਾਂ ਦੀ ਕਿਰਪਾ ਨਾਲ ਇਸ ਤਰ੍ਹਾਂ ਦਾ ਪ੍ਰਸਾਦ ਸਾਨੂੰ ਜੁੜਿਆ ਹੈ। ਬਿਨਾ ਦਸਨ ਸੋ ਖਾਏ ਸੁਖਾਰੇ, ਜਿਹੜਾ ਬਿਨਾ ਹੀ ਦੰਦਾਂ ਤੋਂ ਸੌਖਿਆਂ ਛਕਿਆ ਜਾਂਦਾ। ਸਵਾਦ ਵਿਸਾਲ ਸਭਨ ਇੱਕ ਸਾਰੇ, ਬੇਅੰਤ ਸਵਾਦਿਸ਼ਟ ਹੈ ਤੇ ਮਿਲਦਾ ਵੀ ਸਾਰਿਆਂ ਨੂੰ ਇੱਕਸਾਰ ਹੈ। ਆਵਲੋ ਮੈਂ ਨਾ ਸਵਾਦ ਅਸ ਪਾਇਓ, ਹੁਣ ਤੱਕ ਮੈਂ ਐਸਾ ਸਵਾਦ ਨਹੀਂ ਕਿਸੇ ਪਦਾਰਥ ਵਿੱਚੋਂ ਪਾਇਆ। ਇਹ ਸਮ ਅਪਰ ਅਸਨ ਬਹੁ ਖਾਇਓ, ਇਹਦੇ ਬਰਾਬਰ ਕੋਈ ਹੋਰ ਭੋਜਨ ਨਹੀਂ ਮੈਂ ਬਹੁਤ ਤਰ੍ਹਾਂ ਦੇ ਭੋਜਨ ਛਕੇ। ਇਸ ਪ੍ਰਕਾਰ ਬਹੁ ਕੀਨ ਸਰਾਹਨ, ਇਸ ਤਰ੍ਹਾਂ ਦੇ ਨਾਲ ਬਹੁਤ ਉਸਨੇ ਸਲਾਹੁਤਾ ਕੀਤੀ ਹੈ। ਪੁਨਹ ਬੰਦ ਕਰ ਪਾਵਨ ਪਾਹਿਨ, ਫਿਰ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਾਹਿਨ, ਪਾਹਨ ਕੀਏ ਚਰਨ, ਪਾਵਨ ਚਰਨਾਂ ਤੇ ਬੰਦਨਾ ਕੀਤੀ। ਬੇਦਾ ਭਇਓ ਸ਼ਾਹ ਗ੍ਰਹਿ ਦਿਸ ਜਾਇਓ, ਤੇ ਬਦੈਗੀ ਲਈ ਬਾਦਸ਼ਾਹ ਆਪਣੇ ਘਰ ਵੱਲ ਗਿਆ ਹੈ। 5 ਛੱਤ ਖਰਚ ਰੋਜ਼ ਗੁਰ ਲਾਇਓ। 5 ਛੱਤ, ਉਸ ਸਮੇਂ ਛੱਤ 100 500 ਰੁਪਇਆ ਰੋਜ਼ ਦਾ ਖਰਚਾ ਖਜ਼ਾਨੇ ਵਿੱਚੋਂ ਸਤਿਗੁਰੂ ਨੂੰ ਲਾ ਦਿੱਤਾ ਹੈ। ਰਹੇ ਗੁਰੂ ਸੋ ਦੇਗ ਚਲਾਵੇ ਹੈ, ਗੁਰੂ ਸਾਹਿਬ ਇੱਥੇ ਰਹਿਣ ਤੇ ਇਸ ਦੀ ਦੇਗ ਲੰਗਰ ਚਲਾਉਣ। ਨਿਤ ਆਵੇ ਸ਼ਾਹ ਦਰਸ਼ਨ ਪਾਵੇ ਹੈ, ਉਹ ਸਤਿਗੁਰੂ ਦਾ ਲੰਗਰ ਚੱਲਦਾ ਤੇ ਬਾਦਸ਼ਾਹ ਰੋਜ਼ ਆਉਂਦਾ ਦਰਸ਼ਨ ਕਰਦਾ ਹੈ। ਏਕ ਦਿਵਸ ਸ਼ਾਹ ਚੜਿਓ ਅਖੀਰ, ਇੱਕ ਦਿਨ ਬਾਦਸ਼ਾਹ ਜੰਗ ਨੂੰ, ਅਖੀਰ ਨਾਮ ਜੰਗ ਦਾ, ਜੰਗ ਅਖੀਰ ਨਾਮ ਸ਼ਿਕਾਰ ਦਾ, ਹਾਂ ਸ਼ਿਕਾਰ ਵਾਸਤੇ ਚੜਿਆ ਹੈ। ਸੰਗ ਲੀਨ ਸ੍ਰੀ ਗੁਰੂ ਵਡੇਰ, ਵੱਡੇ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲਿਆ ਹੈ। ਪਹੁੰਚੇ ਇੱਕ ਕਾਨਨ ਮਹਿ ਜਬੈ, ਜਦੋਂ ਇੱਕ ਜੰਗਲ ਦੇ ਵਿੱਚ ਪਹੁੰਚੇ ਹਨ। ਭਵਕਤ ਨਿਕਸਿਓ ਕੀ ਹਰ ਤਬੈ, ਤਾਂ ਭਵਕਾ ਮਾਰਦਾ ਇੱਕ ਸ਼ੇਰ ਨਿਕਲਿਆ ਹੈ। ਹੇਰਤ ਸੂਰਾ ਕਿਤਕ ਪਲਾਏ, ਇਸ ਤਰ੍ਹਾਂ ਸੂਰਮੇ ਜਿਹੜੇ ਆ ਦੇਖ ਕੇ ਇਧਰ ਉਧਰ ਨੂੰ ਕੁਝ ਭੱਜ ਗਏ ਹਨ। ਕੋ ਸੁਨ ਸ਼ਬਦ ਨਿਕਟ ਨਹਿ ਆਈ, ਕਈਆਂ ਨੇ ਤੇ ਸ਼ੇਰ ਦੀ ਭਵਕ ਸੁਣੀ, ਉਹ ਨੇੜੇ ਹੀ ਨਹੀਂ ਆਏ ਹਨ। ਘੋੜਾ ਠਟਕ ਮੂਤਰ ਕੋ ਛੋਰਾ, ਘੋੜਾ ਵੀ ਜਿਹੜਾ ਠਟਕ ਗਿਆ, ਡਰ ਗਿਆ ਹੈ, ਤੇ ਡਰਿਆ ਪਸ਼ੂ ਜਿਹੜਾ ਹੈ ਉਹ ਆਪਣਾ ਮਲ ਜਿਹੜਾ ਹੈ ਛੱਡਦਾ ਹੈ। ਸ਼ਾਹ ਮਤੰਗ ਭਗੈ ਪੁਰ ਓਰਾ, ਤੇ ਜਿਹੜਾ ਬਾਦਸ਼ਾਹ ਦਾ ਮਤੰਗ ਸੀ, ਮਤੰਗ ਨਾਮ ਗੁਰਮੁਖੋ ਹਾਥੀ ਦਾ, ਜਹਾਂਗੀਰ ਬਾਦਸ਼ਾਹ ਦਾ ਹਾਥੀ ਵੀ ਨਗਰ ਵੱਲ ਨੂੰ ਭੱਜਿਆ ਹੈ। ਤਬ ਪੁਕਾਰ ਕਰ ਗੁਰ ਸੋ ਕਹਿਓ, ਤਦ ਭਾਈ ਇਸ ਤਰ੍ਹਾਂ ਪੁਕਾਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ, ਖਰੇ ਸੋ ਧੀਰਜ ਕੋ ਜਬ ਲਹਿਓ। ਜਦੋਂ ਦੇਖਿਆ ਵੀ ਗੁਰੂ ਸਾਹਿਬ ਹੀ ਹੈ ਜਿਹੜਾ ਧੀਰਜਵਾਨ, ਇੱਕ ਰਸ
ਖੜੇ ਨੇ, ਬਾਕੀ ਸਾਰੇ ਇੱਧਰ ਉੱਧਰ ਨੂੰ ਭੱਜੇ ਐ। ਗੁਰੂ ਮਹਾਰਾਜ ਤੇ ਗੁਰੂ ਕੇ ਸੂਰਬੇ ਮਹਾਰਾਜ ਦੇ ਨਾਲ ਨੇ, ਉਹ ਖੜੇ ਗੁਰੂ ਕੇ ਘੋੜੇ। ਉਹਨਾਂ ਤੇ ਵੀ ਦੇਖੋ ਕਿੱਡੀ ਕਿਰਪਾ ਹੈ, ਉਹ ਵੀ ਉਸੇ ਤਰ੍ਹਾਂ ਕੋਈ ਭੈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਨੂੰ ਖੜੇ ਵੇਖਿਆ, ਤੁਮ ਹੀ ਕਰੋ ਪ੍ਰਹਾਰਨ ਇਸੈ। ਕਹਿਣ ਲੱਗਿਆ ਜਹਾਂਗੀਰ ਮਹਾਰਾਜ ਜੀ, ਕਿਰਪਾ ਕਰੋ, ਤੁਸੀਂ ਹੀ ਇਹਨੂੰ ਮਾਰਨਾ ਕਰੋ। ਅਬ ਜਹ ਘਾਤ ਕਰੈ ਨਹਿ ਕਿਸੈ, ਤਾਂ ਕਿ ਹੁਣੇ ਕਿਸੇ ਨੂੰ ਹੋਰ ਘਾਤ ਨਾ ਕਰ ਦੇਵੇ, ਕਿਸੇ ਨੂੰ ਮਾਰ ਨਾ ਦੇਵੇ। ਸ੍ਰੀ ਸਤਿਗੁਰ ਘੋਰਾ ਤਬ ਛੋਰਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਘੋੜੇ ਨੂੰ ਛੋੜਿਆ, ਭਾਵ ਛੇੜਿਆ ਹੈ। ਖੜਗ ਸਿਪਰ ਗਹਿਗੇ ਤਿਸ ਓਰਾ। ਖੜਗ ਕਿਰਪਾਨ ਤੇ ਸਿਪਰ ਢਾਲ, ਉਹ ਫੜ ਕੇ ਉਸ ਵੱਲ ਨੂੰ ਗਏ। ਸਨਮੁਖ ਦ੍ਰਿਸ਼ਟ ਭਈ ਜਬ ਦੋ। ਹਾਂ, ਸ੍ਰੀ ਸਤਿਗੁਰ ਘੋਰਾ ਤਬ ਛੋਰਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਨੂੰ ਛੱਡ ਦਿੱਤਾ, ਭਾਵ ਘੋੜੇ ਤੋਂ ਹੇਠਾਂ ਉਤਰੇ ਹਨ। ਖੜਗ ਸਿਪਰ ਗਹਿਗੇ ਤਿਸ ਓਰਾ। ਕਿਰਪਾਨ ਹੱਥ ਵਿੱਚ ਫੜ ਲਈ ਤੇ ਇੱਕ ਹੱਥ ਵਿੱਚ ਢਾਲ। ਮਹਾਰਾਜ ਉਸ ਵੱਲ ਨੂੰ, ਸ਼ੇਰ ਵੱਲ ਨੂੰ ਚੱਲੇ ਐ। ਸਨਮੁਖ ਦ੍ਰਿਸ਼ਟ ਭਈ ਜਬ ਦੋ। ਜਦੋਂ ਦੋਨਾਂ ਦੀ ਸਾਹਮਣੇ ਦ੍ਰਿਸ਼ਟੀ ਪਈ ਹੈ, ਕ੍ਰੁੱਧਤ ਗਰਜਤ ਕੇਹਰ ਸੋ। ਜਿਹੜਾ ਸ਼ੇਰ ਹੈ ਪੂਰੇ ਕ੍ਰੋਧ ਦੇ ਵਿੱਚ ਗਰਜਦਾ ਹੈ। ਲਾਂਬੀ ਬੇਲ ਭਿਆਨਕ ਦਾਂਤ, ਜਿਹਦੀ ਬੇਲ ਬੜੀ ਲੰਬੀ ਹੈ, ਭਾਵ ਸਰੀਰ ਡੀਲ ਡੌਲ। ਸ਼ੇਰ ਦਾ ਬੜਾ ਲੰਬਾ ਸੀ, ਭਿਆਨਕ ਉਹਦੇ ਦੰਦ ਸਨ। ਬਦਨ ਪਸਾਰ ਆਏ ਭਵਕਾਂਤ, ਭਵਕ ਮਾਰ ਕੇ ਮੁਖ ਪਸਾਰ ਕੇ ਪੂਰਾ ਖੋਲ ਕੇ ਆਉਂਦਾ ਹੈ। ਹੇਰਤ ਲੋਗ ਸਕਲ ਬਿਸਮਾਈ। ਜਿੰਨੇ ਉੱਥੇ ਲੋਕ ਪਰੇ ਉਰੇ ਦੂਰ ਖੜੇ ਜਿਹੜੇ ਸਿਪਾਹੀ ਸਨ ਜਾਂ ਹੋਰ, ਉਹ ਸਾਰੇ ਵੇਖ ਕੇ ਹੈਰਾਨ ਹੋਏ। ਦੇਖੀ ਕਬੈ ਨ ਐਸ ਬਲਾਈ। ਇਹੋ ਜੀ ਬਲਾ ਨਹੀਂ ਕਦੇ ਵੇਖੀ, ਇੰਨਾ ਭਿਆਨਕ ਸ਼ੇਰ ਹੈ। ਠਾਡੇ ਦੂਰ ਤਰਾਸ ਕੋ ਪਾਵੈ। ਉਹ ਤੇ ਦੂਰ ਖੜੇ ਹੀ ਡਰ ਪਾਉਂਦੇ ਹਨ। ਮਤ ਇਤ ਦਿਸ ਕੇ ਹਰ ਚੱਲ ਆਵੈ, ਕਿ ਮਤਾ ਇਧਰ ਵੱਲ ਨੂੰ ਸ਼ੇਰ ਚੱਲ ਕੇ ਆ ਜਾਵੇ। ਆਵਤ ਸਨਮੁਖ ਬਦਨ ਪਸਾਰਾ। ਉਹ ਸ਼ੇਰ ਨੇ ਸਾਹਮਣੇ ਆ ਕੇ ਆਪਣਾ ਮੂੰਹ ਖੋਲਿਆ। ਧਰ ਧੀਰਜ ਸਤਿਗੁਰੂ ਨਿਹਾਰਾ। ਧੀਰਜ ਧਾਰ ਕੇ ਸਤਿਗੁਰੂ ਜੀ ਉਸੇ ਤਰ੍ਹਾਂ ਉਹਨੂੰ ਵੇਖਦੇ। ਬਾਮ ਹਾਥ ਧਰ ਸਿਪਰ ਅਗਾਰੀ। ਤਾਂ ਗੁਰਮੁਖੋ ਖੱਬੇ ਹੱਥ ਦੇ ਵਿੱਚ ਮਹਾਰਾਜ ਨੇ ਢਾਲ ਫੜ ਕੇ ਅੱਗੇ ਕੀਤੀ। ਕਰ ਪ੍ਰਿਆ ਕਰਮ ਕੋ ਮੁਖ ਪਰ ਮਾਰੀ। ਤੇ ਇੱਕਦਮ ਭਵਾ ਕੇ ਪ੍ਰਕਰਮ ਕਹੀਏ ਜ਼ੋਰ ਦੇ ਨਾਲ ਉਹਦੇ ਮੂੰਹ ਤੇ ਮਾਰੀ ਹੈ। ਕਛੂ ਔਜ ਤੇ ਦੀਨ ਧਕੇਲਾ। ਤੇ ਕੁਝ ਕੁ ਪੂਰੇ ਔਜ ਨਾਲ ਬਲਦਾ ਹੈ, ਬਲ ਦੇ ਨਾਲ ਉਸਨੂੰ ਧੱਕਿਆ। ਖਾਏ ਫਿਰੌਟੀ ਧਰ ਦਿਸ ਝੇਲਾ। ਤੇ ਇਉਂ ਭਵਾਟੀ ਖਾ ਕੇ ਉਸਨੂੰ ਧਰਤੀ ਤੇ ਸੁੱਟਿਆ ਹੈ। ਚੰਦਰ ਹਾਸ ਚਮਕਿਓ ਕਰ ਦਾਏ। ਤਾਂ ਚੰਦਰ ਹਾਸ ਤਲਵਾਰ, ਉਹ ਫਿਰ ਸੱਜੇ ਹੱਥ ਵਿੱਚ ਮਹਾਰਾਜ ਦੇ ਤਲਵਾਰ ਚਮਕੀ। ਗਿਰਤ ਸ਼ੇਰ ਕੇ ਕੱਟ ਪਰ ਲਾਈ। ਤਾਂ ਜਦੋਂ ਸ਼ੇਰ ਡਿੱਗਣ ਲੱਗਿਆ ਤੇ ਮਹਾਰਾਜ ਨੇ ਉਹਦੇ ਲੱਕ ਤੇ ਮਾਰੀ ਹੈ ਕਿਰਪਾਨ। ਕੱਟ ਨਾਮ ਲੱਕ ਦਾ, ਲੱਕ ਤੇ ਲਾਈ। ਗਿਰਿਓ ਧਰਨ ਪਰ ਦਵੈ ਧਰ ਹੋਏ। ਤੇ ਇਉਂ ਉਹ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗਿਆ। ਵੇਖਣ ਹੇਤ ਆਏ ਸਭ ਕੋਏ। ਸਾਰੇ ਜਾਣੇ ਵੇਖਣ ਵਾਸਤੇ ਆਏ ਹਨ। ਨਿਕਟ ਆਏ ਸ਼ਾਹਨਾਹਰ ਹੀਰਾ। ਤੇ ਕੋਲ ਆ ਕੇ ਬਾਦਸ਼ਾਹ ਨੇ ਉਸਨੂੰ ਵੇਖਿਆ। ਕਹਿਓ ਧੰਨ ਗੁਰ ਕੀਨਨ ਬੇਰਾ। ਕਹਿਣ ਲੱਗੇ ਧੰਨੋ ਸਤਿਗੁਰੂ ਜੀ ਜਿਹੜਾ ਇਸ ਦਾ ਨਿਬੇੜਾ ਕਰ ਦਿੱਤਾ। ਗਇਓ ਸ਼ੇਰ ਬੈਕੁੰਠ ਸਥਾਨਾ। ਦੇਖੋ ਸ਼ੇਰ ਗੁਰੂ ਦੇ ਹੱਥੋਂ ਮਰਿਆ ਤੇ ਉਹ ਵੀ ਭਾਈ ਕਵੀ ਜੀ ਕਹਿੰਦੇ ਬੈਕੁੰਠ ਸਥਾਨ ਨੂੰ ਚਲਿਆ, ਬੈਕੁੰਠਾਂ ਨੂੰ ਗਿਆ ਹੈ। ਪੁਰ ਦਿਸ ਮੁਰ ਗੁਰ ਗੁਣਨ ਨਿਧਾਨਾ।
ਫੇਰ ਭਾਈ ਗੁਣਾਂ ਦੇ ਖਜ਼ਾਨੇ ਸਤਿਗੁਰੂ ਨਗਰ ਵੱਲ ਨੂੰ ਮੁੜ ਪਏ ਹਨ। ਨਿਜ ਡੇਰੇ ਸਤਿਗੁਰ ਪਹੁੰਚਾਈ। ਇਸ ਤਰ੍ਹਾਂ ਬਾਦਸ਼ਾਹ ਨੇ ਗੁਰੂ ਮਹਾਰਾਜ ਨੂੰ ਸਤਿਗੁਰੂ ਦੇ ਡੇਰੇ ਪਹੁੰਚਾਇਆ ਹੈ। ਸ਼ਾਹ ਬੰਦ ਕਰਗਾ ਨਿਜ ਥਾਈ। ਤੇ ਬਾਦਸ਼ਾਹ ਵੀ ਬੰਦਨਾ ਕਰਕੇ ਆਪਣੀ ਜਗ੍ਹਾ ਚਲਿਆ ਗਿਆ ਹੈ। ਬਾਦਸ਼ਾਹ ਵੀ ਜਿਹੜਾ ਹੈ ਬੰਦਨਾ ਕਰਕੇ ਆਪਦੇ ਸਥਾਨ ਤੇ ਆਪਣੇ ਘਰ ਨੂੰ ਚਲਿਆ ਗਿਆ। ਇਹ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਜਿੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਅਸ਼ਟਮ ਮਹੱਲੇ 6ਵੇਂ ਮਹੱਲੇ ਦੀ ਜੋ ਕਥਾ ਹੈ, ਸ੍ਰੀ ਗੁਰੂ ਸਾਹਿਬ ਸੋ ਜਹਾਂਗੀਰ ਮਿਲਣ ਔ ਕਿਹਰ ਬਦ ਪ੍ਰਸੰਗ ਵਰਣਨ। ਗੁਰੂ ਸਾਹਿਬ ਨੂੰ ਜਹਾਂਗੀਰ ਦਾ ਮਿਲਣਾ ਔਰ ਸ਼ੇਰ ਦਾ ਵਧ ਕਰਨਾ, ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਪੰਚਮ ਮੰਦਰ ਹੈ, ਪੰਜਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।